ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡਾਉਤ ਬੰਧਨ ਅਨਕ ਪਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਨਹਿ ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਨ ਜੋਗ ਦਇਆਲ ਹੈ ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਨ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੈ। ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਉ ਬਿਗੜੈ ਰੂਪ ਰਹਾ ਬਿਕਰਾਲ। ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸ ਇਹੋ ਆਧਾਰ। ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੈਵ ਲਾਵਹੁ। ਨਾਨਕ ਕੀ ਬੇਨੰਤੀ ਹਰ ਪਹੇ ਆਪਣਾ ਨਾਮ ਜਪਾਵਹੁ। ਜੇ ਤੂ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਏਹਾ ਪਾਈ ਮੁਦਾਤੜੀ ਨਿਤ ਹਿਰਦੈ ਰੱਖਾ ਸਮਾਲ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਬੇਸੁਮਾਰ ਅਥਾਹ ਅਗਨਿਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
बसंत हिंडोल महला पहला। राजा बालक नगरी काची, दुसटा नाल प्यारो। दोए माई दोए बापा पढ़ियहि, पंडित करहो विचारो। राजा बालक नगरी काची, दुसटा नाल प्यारो। दोए माई दोए बापा पढ़ियहि, पंडित करहो विचारो। स्वामी पंडिता तुम देहो मती, किन बिद पावो प्राणपति। रहाओ भीतर अगन बनासपत मौली, सागर पंडै पाया। चंद सूरज दोए घर ही भीतर, ऐसा ज्ञान ना पाया। राम रवंता जानिए, एक माई भोग करे। ताके लखण जानियहि, खिमा धन संग्रेह। कहया सुनहि ना खाया मानहि, तिनाहि सेती वासा। रणवत नानक दासन दासा, खिन तोला खिन मासा। कहया सुनहि ना खाया मानहि, तिनाहि सेती वासा। रणवत नानक दासन दासा, खिन तोला खिन मासा। बसंत हिंडोल महला पहला। राजा बालक नगरी काची, दुसटा नाल प्यारो। वाहिगुरु जी का खालसा, वाहिगुरु जी की फतेह। दसां पातशाहियां दी आत्मिक जोत, तख्त चबर छतर दे मालक, जुग जुग अटल। पतत पावन भगत वत्सल करना निधान। अंतरजामी शब्द गुर पीरा कहर गंभीरा। धन धन श्री गुरु ग्रंथ साहिब जी महाराज। सतगुरां दी साजी निवाजी परम सन्मान जोग। गुरु रूप खालसा साध संगत। सतगुरु महाराज जी की अपार कृपा सदका ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਹੈ, ਆਨੰਦ ਮਾਣਿਆ।
ਗੁਰੂ ਘਰ ਦੀ ਰੋਜ਼ਾਨਾ ਮਰਿਆਦਾ। ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਹਿੰਡੋਲ ਮਹੱਲਾ ਪਹਿਲਾ। ਰਾਜਾ ਬਾਲਕ ਨਗਰੀ ਕਾਚੀ, ਦੁਸਟਾ ਨਾਲ ਪਿਆਰੋ। ਸਾਧ ਸੰਗਤ, ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨਪੁਰ ਸਾਹਿਬ ਵਿਖੇ ਕਈ ਸਾਲ ਮੋਦੀਖਾਨਾ ਚਲਾਉਣਾ ਕੀਤਾ। ਤਕਰੀਬਨ 14 ਸਾਲ ਸਤਿਗੁਰੂ ਮਹਾਰਾਜ ਜੀ ਨੇ ਇਹ ਕਾਰ ਕੀਤੀ। ਉਸ ਤੋਂ ਬਾਅਦ ਵੇਈ ਨਦੀ ਰਾਹੀਂ ਸੱਚਖੰਡ ਵਿੱਚ ਜਾ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਗੁਰੂ ਧਾਰਨ ਕਰਕੇ ਗੁਰਮੰਤਰ ਪ੍ਰਾਪਤ ਕੀਤਾ ਅਤੇ ਜਦੋਂ ਪ੍ਰਗਟ ਹੋਏ ਸਤਿਗੁਰੂ ਮਹਾਰਾਜ ਜੀ ਨੇ ਮੋਦੀਖਾਨਾ ਲੁਟਾ ਦਿੱਤਾ। ਕੁਝ ਸਮਾਂ ਮਸਾਣਾ ਵਾਲੇ ਥਾਵਾਂ 'ਤੇ ਜਾ ਕੇ ਸਤਿਗੁਰੂ ਜੀ ਨੇ ਇਕਾਂਤਵਾਸ ਵਿੱਚ ਟਿਕੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਇਹ ਜੀਵਨ ਦੇਖ ਕੇ ਸਾਧ ਸੰਗਤ, ਜਿੱਥੇ ਹੋਰ ਲੋਕ ਸਤਿਗੁਰੂ ਮਹਾਰਾਜ ਜੀ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਦੇ, ਸਤਿਗੁਰਾਂ ਦੇ ਮਹਿਲ ਮਾਤਾ ਸੁਲੱਖਣੀ ਜੀ, ਉਹਨਾਂ ਨੇ ਮਨ ਵਿੱਚ ਗਿਲਾ ਕੀਤਾ ਔਰ ਜਦੋਂ ਇਹਨਾਂ ਦੇ ਮਾਤਾ ਚੰਦੋ ਰਾਣੀ ਅਤੇ ਪਿਤਾ ਭਾਈ ਮੂਲ ਚੰਦ, ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੱਸ ਅਤੇ ਸਹੁਰਾ ਸਨ, ਮਿਲਣ ਵਾਸਤੇ ਆਏ ਤਾਂ ਉਸ ਸਮੇਂ ਮਾਤਾ ਸੁਲੱਖਣੀ ਜੀ ਨੇ ਆਪਣੇ ਮਨ ਦੀ ਗੱਲ ਦੱਸੀ ਕਿ ਮੇਰਾ ਜੀਵਨ ਹੁਣ ਬਹੁਤ ਦੁਖੀ ਹੈ, ਕਿਉਂਕਿ ਗੁਰੂ ਸਾਹਿਬ ਘਰੇ ਨਹੀਂ ਆਉਂਦੇ, ਬਾਹਰ ਇਕਾਂਤ ਵਿੱਚ ਬੈਠੇ ਰਹਿੰਦੇ ਨੇ। ਸਤਿਗੁਰਾਂ ਦੇ ਸੱਸ ਅਤੇ ਸਹੁਰਿਆਂ ਬੇਬੇ ਨਾਨਕੀ ਜੀ ਨੂੰ ਜਾ ਕਰਕੇ ਮਿਲੇ, ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਅਤੇ ਉਸ ਸਮੇਂ ਪੁੱਛਿਆ ਕਿ ਸਤਿਗੁਰੂ ਸਾਹਿਬ ਕਿੱਥੇ ਹਨ। ਗੁਰੂ ਸਾਹਿਬ ਉਸ ਸਮੇਂ ਸੰਤ ਘਾਟ ਗੁਰਦੁਆਰਾ ਸਾਹਿਬ, ਜਿੱਥੇ ਮਹਾਰਾਜ ਜੀ ਨੇ ਵੇਈ ਨਦੀ ਵਿੱਚ ਪ੍ਰਗਟ ਹੋਣਾ ਕੀਤਾ, ਸੱਚਖੰਡ ਤੋਂ ਵਾਪਸ ਆ ਕੇ ਉੱਥੇ ਬੈਠੇ ਸਨ ਔਰ ਤਕਰੀਬਨ ਮਹਾਂਪੁਰਖ ਬਚਨ ਕਰਿਆ ਕਰਦੇ 6 ਮਹੀਨੇ ਸਤਿਗੁਰੂ ਜੀ ਉੱਥੇ ਹੀ ਬੈਠੇ ਰਹੇ। ਉਸ ਸਮੇਂ ਇਹਨਾਂ ਨੇ ਜਾ ਕਰਕੇ ਸਤਿਗੁਰਾਂ ਨੂੰ ਮਿਲੇ ਔਰ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਜੇ ਤੁਸੀਂ ਫਕੀਰਾਂ ਵਾਲਾ ਲਿਬਾਸ ਧਾਰਨ ਕਰਨਾ ਸੀ, ਸਭ ਕੁਝ ਤਿਆਗਣਾ ਹੀ ਸੀ, ਤਾਂ ਫਿਰ ਇਹ ਜੋ ਤੁਸੀਂ ਵਿਆਹ ਕੀਤਾ ਹੈ, ਇਹ ਪਖੰਡ ਕਿਉਂ ਰਚਿਆ।
ਹੁਣ ਤੁਸੀਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਸਮਝਦੇ। ਤਾਂ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਭਾਵੇਂ ਸਾਧ ਸੰਗਤ ਬਾਬਾ ਕਾਲੂ ਵੀ ਇਸ ਗੱਲ ਤੋਂ ਹੈਰਾਨ ਸੀ ਕਿ ਸਤਿਗੁਰਾਂ ਨੇ ਇੱਥੇ ਆ ਕਰਕੇ ਇੰਨੀ ਜ਼ਿਆਦਾ ਕਮਾਈ ਕੀਤੀ ਜਿੰਨੀ ਮੈਂ ਸਾਰੀ ਉਮਰ ਵਿੱਚ ਵੀ ਨਹੀਂ ਕਰ ਸਕਿਆ। ਪਰ ਉਸ ਸਮੇਂ ਬਾਬਾ ਮੂਲ ਚੰਦ ਸਤਿਗੁਰਾਂ ਦਾ ਸਹੁਰਾ ਸਾਹਿਬ ਆਪਣੇ ਪਿੰਡ ਵਾਪਸ ਗਿਆ ਤੇ ਇੱਥੇ ਇਸ ਦਾ ਇੱਕ ਪੰਡਿਤ ਜਿਹਦਾ ਨਾਮ ਸ਼ਿੰਦਾ ਸਿਆਮਾ ਕਰਕੇ ਕਿਹਾ ਜਾਂਦਾ ਹੈ, ਇਹ ਮਿਲਾਪੀ ਸੀ। ਇਸ ਸਿਆਮੇ ਪੰਡਿਤ ਦੇ ਤਾਈਂ ਬਾਬੇ ਮੂਲ ਚੰਦ ਨੇ ਸਾਰੀ ਗੱਲ ਦੱਸੀ। ਇਹ ਪੰਡਿਤ ਕਹਿਣ ਲੱਗਿਆ, ਚਲੋ ਬਾਬਾ ਜੀ ਆਪਾਂ ਜਾ ਕਰਕੇ ਸਮਝਾਉਂਦੇ ਹਾਂ, ਮੇਰੀ ਸਿੱਖਿਆ ਮੇਰੇ ਗਿਆਨ ਨੂੰ ਸੁਣ ਕਰਕੇ ਜ਼ਰੂਰ ਸਮਝ ਜਾਣਗੇ। ਬਾਬਾ ਮੂਲ ਚੰਦ ਇਸ ਪੰਡਿਤ ਨੂੰ ਨਾਲ ਲੈ ਕਰਕੇ ਸੁਲਤਾਨਪੁਰ ਸਾਹਿਬ ਵਿਖੇ ਆਇਆ ਔਰ ਜਿੱਥੇ ਸਤਿਗੁਰੂ ਜੀ ਸੰਤ ਘਾਟ ਗੁਰਦੁਆਰਾ ਸਾਹਿਬ ਉੱਥੇ ਬੈਠੇ ਸਨ, ਜਾ ਕਰਕੇ ਦਰਸ਼ਨ ਕੀਤੇ। ਔਰ ਪੰਡਿਤ ਨੇ ਸਾਧ ਸੰਗਤ ਉਸ ਸਮੇਂ ਗੁਰੂ ਪਾਤਸ਼ਾਹ ਨੂੰ ਕਿਹਾ ਕਿ ਤੁਸੀਂ ਬੱਚਿਆਂ ਵਾਲਾ ਕੰਮ ਹੀ ਕੀਤਾ ਨਾ, ਤੁਹਾਡੇ ਕੋਲ ਕਿੰਨਾ ਸੋਹਣਾ ਕੰਮ ਸੀ, ਮੋਦੀਖਾਨਾ, ਤੁਸੀਂ ਰਾਜੇ ਦੀ ਨੌਕਰੀ ਕਰਦੇ ਸੀ, ਕਿੰਨੇ ਲੋਕ ਦੂਰੋਂ ਦੂਰੋਂ ਚੱਲ ਕੇ ਤੁਹਾਡੇ ਕੋਲੋਂ ਵਸਤੂਆਂ ਲੈਣ ਆਉਂਦੇ ਸੀ, ਕਿੰਨੀ ਵਡਿਆਈ ਸੀ ਤੁਹਾਡੀ, ਔਰ ਕਿੰਨੀ ਤੁਸੀਂ ਕਮਾਈ ਕੀਤੀ, ਸਾਰੇ ਬੜੇ ਖੁਸ਼ ਸਨ। ਪਰ ਹੁਣ ਤੁਸੀਂ ਸਾਰਾ ਕੁਝ ਛੱਡ ਕਰਕੇ, ਤਿਆਗ ਕਰਕੇ ਬੱਚਿਆਂ ਵਾਲਾ ਕੰਮ ਕੀਤਾ। ਜਿਵੇਂ ਬੱਚੇ ਕੁਝ ਸੋਚ ਵਿਚਾਰਦੇ ਨਹੀਂ ਹਨ, ਇਸ ਤਰ੍ਹਾਂ ਤੁਸੀਂ ਬਹੁਤੀ ਕੋਈ ਸੋਚ ਨਹੀਂ ਰੱਖੀ। ਤਾਂ ਉਸ ਸਮੇਂ ਸਾਧ ਸੰਗਤ ਸਤਿਗੁਰਾਂ ਨੇ ਇਸ ਪੰਡਿਤ ਦੇ ਤਾਈਂ ਇਹ ਉਪਦੇਸ਼ ਬਖਸ਼ਿਆ। ਉਸ ਸਮੇਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਬਸੰਤ ਹਿੰਡੋਲ ਮਹੱਲਾ ਪਹਿਲਾ। ਬਸੰਤ ਰਾਗ ਤੇ ਹੰਡੋਲ ਰਾਗ ਮਿਲਾ ਕਰਕੇ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਕਰਦੇ ਨੇ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾ ਨਾਲ ਪਿਆਰੋ। ਸਤਿਗੁਰੂ ਫਰਮਾਉਂਦੇ ਨੇ, ਪੰਡਿਤ ਜੀ, ਜਿਹੜਾ ਮਨ ਹੈ ਇਹ ਵੀ ਇੱਕ ਰਾਜੇ ਦੀ ਤਰ੍ਹਾਂ ਹੈ। ਪਰ ਜਿਵੇਂ ਇੱਕ ਰਾਜਾ ਬਾਲਕ ਹੋਵੇ, ਬੱਚਾ ਹੋਵੇ, ਜਿਸ ਨਗਰੀ ਵਿੱਚ ਰਹਿੰਦਾ ਹੋਵੇ ਉਹ ਕੱਚੀ ਹੋਵੇ, ਕੱਚੀ ਮਿੱਟੀ ਦੇ ਨਾਲ, ਗਾਰੇ ਦੇ ਨਾਲ ਬਣਾਈ ਗਈ ਹੋਵੇ, ਤੇ ਉਸ ਰਾਜੇ ਦਾ ਦੁਸ਼ਟਾਂ ਦੇ ਨਾਲ, ਚੋਰਾਂ ਦੇ ਨਾਲ, ਠੱਗਾਂ ਦੇ ਨਾਲ ਮਿਲਾਪ ਰਹਿੰਦਾ ਹੋਵੇ, ਪ੍ਰੇਮ ਪਿਆਰ ਬਣਿਆ ਹੋਵੇ, ਉਹਦਾ ਕੀ ਬਣੇਗਾ? ਉਹਨੂੰ ਕੀ ਸੁੱਖ ਪ੍ਰਾਪਤ ਹੋਵੇਗਾ? ਇਹ ਮਨ ਵੀ ਰਾਜੇ ਦੀ ਤਰ੍ਹਾਂ ਹੈ, ਪਰ ਇਹ ਮਨ ਹੈ ਬਾਲਕ ਰਾਜੇ ਦੀ ਤਰ੍ਹਾਂ, ਬੜਾ ਚੰਚਲ ਹੈ। ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਹੈ ਚੰਚਲ, ਇਸ ਤਰ੍ਹਾਂ ਮਨ ਦਾ ਸੁਭਾਅ ਹੈ ਚੰਚਲ। ਇਹ ਮਨ ਰਾਜਾ ਬਾਲਕ ਦੀ ਤਰ੍ਹਾਂ ਹੈ। ਜਿਸ ਨਗਰੀ ਵਿੱਚ ਰਹਿੰਦਾ ਹੈ, ਇਹ ਸਰੀਰ ਇਹ ਕੱਚੀ ਮਿੱਟੀ ਦਾ ਬਣਿਆ ਹੋਇਆ ਹੈ, 5 ਤੱਤਾਂ ਦਾ ਬਣਿਆ ਹੋਇਆ ਹੈ। ਇਹ ਕੱਚੀ ਨਗਰੀ ਹੈ, ਇਹਦਾ ਕਿਸ ਸਮੇਂ ਇਸ ਨੇ ਢਹਿ ਪੈਣਾ ਹੈ ਪਤਾ ਹੀ ਨਹੀਂ। ਦੁਸ਼ਟਾਂ ਨਾਲ ਪਿਆਰੋ, ਤੇ ਇਹਦਾ 5 ਵਿਕਾਰ ਜਿਹੜੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੁਸ਼ਟਾਂ ਦੇ ਨਾਲ ਪਿਆਰ ਬਣਿਆ ਹੋਇਆ ਹੈ। ਇਸ ਦੇਹੀ ਅੰਦਰ 5 ਚੋਰ ਵਸਹੀ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੁੱਟਹਿ ਮਨ ਮਖ ਨਹੀਂ ਬੂਝਹਿ, ਕੋਇ ਨਾ ਸੁਣੈ ਪੁਕਾਰਾ। ਇਹ ਦੁਸ਼ਟ ਇਸ ਬਾਲਕ ਰਾਜੇ ਨੂੰ ਦਿਨ ਰਾਤ ਲੁੱਟਦੇ ਰਹਿੰਦੇ ਨੇ, ਇਹਦੇ ਤੋਂ ਆਪਣੇ ਕੰਮ ਕਰਾਉਂਦੇ ਨੇ, ਇਹਨੂੰ ਮਾੜੇ ਪਾਸੇ ਲਾਉਂਦੇ ਹਨ।
दोए माई दोए बापा पढ़ियहे, पंडित करहो विचारो। हे पंडित जी, इस बालक राजे ਦੇ ਦੋ ਹੀ ਬਾਪ ਹਨ ਤੇ ਦੋ ਹੀ ਮਾਵਾਂ ਹਨ। ਦੋ ਬਾਪ ਹਨ, ਇੱਕ ਤਾਂ ਈਸ਼ਰ ਤੇ ਇੱਕ ਜੀਵ। ਦੋ ਮਾਵਾਂ ਹਨ, ਇੱਕ ਅਵਿਦਿਆ ਤੇ ਇੱਕ ਮਾਇਆ। ਜਿਹੜਾ ਸੁੱਧ ਮਨ ਹੈ ਉਸ ਦੀ ਮਾਇਆ ਮਾਂ ਹੈ ਤੇ ਈਸ਼ਰ ਪਿਤਾ ਹੈ। ਜਿਹੜਾ ਅਸ਼ੁੱਧ ਮਨ ਹੈ ਉਸ ਦੀ ਅਵਿਦਿਆ ਮਾਂ ਹੈ ਤੇ ਜੀਵ ਪਿਤਾ ਹੈ। ਕਿਉਂਕਿ ਸਾਧ ਸੰਗਤ ਅਸ਼ੁੱਧ ਮਨ ਦੇ ਵਿੱਚ ਅਵਿਦਿਆ ਕਰਕੇ ਜੀਵ ਆਪਣੇ ਸਰੂਪ ਦੇ ਨਾਲੋਂ ਭੁੱਲਿਆ ਹੋਇਆ। ਅਵਿਦਿਆ ਕਹਿੰਦੇ ਨੇ ਅਗਿਆਨ ਨੂੰ, ਤੇ ਜੀਵ ਹਰ ਸਮੇਂ ਆਪਣੇ ਸਰੂਪ ਤੋਂ ਭੁੱਲ ਕਰਕੇ ਬੇਮੁਖ ਹੋ ਕੇ ਰਹਿੰਦਾ। ਇਸ ਤਰ੍ਹਾਂ ਹੀ ਜਿਹੜਾ ਸੁੱਧ ਮਨ ਹੈ ਉਹਦੀ ਮਾਇਆ ਜੋ ਮਾਂ ਹੈ, ਜਿਸ ਕਰਕੇ ਉਹਨੂੰ ਆਪਣੇ ਸਰੂਪ ਦਾ ਗਿਆਨ ਹੈ ਤੇ ਉਹ ਈਸ਼ਰ ਕਹਾਉਂਦਾ ਹੈ। ਸਤਿਗੁਰੂ ਕਹਿੰਦੇ ਦੋ ਹੀ ਇਸ ਦੀਆਂ ਮਾਵਾਂ ਹਨ, ਇੱਕ ਆਸਾ ਤੇ ਇੱਕ ਤ੍ਰਿਸ਼ਨਾ। ਦੋ ਹੀ ਇਸ ਦੇ ਬਾਪ ਹਨ, ਰਾਗ ਤੇ ਦੁਐਖ। ਹੇ ਪੰਡਿਤ ਜੀ, ਇਸ ਗੱਲ ਦੀ ਵਿਚਾਰ ਕਰਨਾ ਕਰੋ। ਇਹ ਜਿਹੜਾ ਮਨ ਹੈ ਇਹਦੀ ਮਾਂ ਬਣੀ ਹੋਈ ਹੈ ਦਵੈਤ। ਦਵੈਤ ਵਿੱਚ ਹੀ ਇਹ ਲੱਗਿਆ ਹੋਇਆ ਹੈ, ਦਵੈਤ ਨੂੰ ਹੀ ਇਹ ਮੰਨਦਾ ਹੈ ਤੇ ਬਾਪ ਵੀ ਇਸ ਦਾ ਦਵੈਤ ਹੈ। ਇਹ ਗੱਲ ਪੜ੍ਹਨਾ ਕਰੀਏ ਔਰ ਇਸ ਗੱਲ ਦੀ ਵਿਚਾਰ ਕਰਨਾ ਕਰੋ ਮਨ ਦੇ ਵਿੱਚ। ਦੋਏ ਮਾਈ ਦੋਏ ਬਾਪਾ ਪੜ੍ਹੀਏ। ਇਸੇ ਤਰ੍ਹਾਂ ਹੀ ਸਾਧ ਸੰਗਤ ਪ੍ਰਵਿਰਤੀ ਤੇ ਨਿਰਵਿਰਤੀ, ਇਹ ਇਸ ਦੇ ਦੋ ਮਾਵਾਂ ਹਨ। ਕਿਉਂਕਿ ਮਨ ਜਿਹੜਾ ਹੈ ਪ੍ਰਵਿਰਤੀ ਵੀ ਚਾਹੁੰਦਾ ਹੈ, ਸੰਸਾਰ ਨੂੰ ਚਾਹੁੰਦਾ ਹੈ, ਸੁੱਖਾਂ ਨੂੰ ਚਾਹੁੰਦਾ ਹੈ, ਸਾਰੀਆਂ ਵਸਤੂਆਂ ਚਾਹੁੰਦਾ ਹੈ। ਤੇ ਜਦੋਂ ਮਨ ਨਿਰਾਸ਼ ਹੋ ਜਾਵੇ ਉਦੋਂ ਨਿਰਵਿਰਤੀ ਚਾਹੁੰਦਾ ਹੈ, ਇਹਨਾਂ ਨੂੰ ਛੱਡਣਾ ਵੀ ਚਾਹੁੰਦਾ ਹੈ ਸਾਰਿਆਂ ਨੂੰ। ਇਹਨਾਂ ਵਿੱਚੋਂ ਇਸ ਨੂੰ ਸੁੱਖ ਵੀ ਨਹੀਂ ਮਿਲਦਾ। ਇਹ ਤਾਂ ਦੋ ਮਾਵਾਂ ਹਨ ਤੇ ਦੋ ਹੀ ਇਹਦੇ ਪਿਤਾ ਹਨ, ਇੱਕ ਸੁੱਧ ਅਹੰਕਾਰ, ਇੱਕ ਦੇਹ ਅਧਿਆਸ। ਦੇਹ ਅਧਿਆਸ ਕਰਕੇ ਜੀਵ ਪ੍ਰਵਿਰਤੀ ਵਿੱਚ ਪਿਆ ਰਹਿੰਦਾ ਹੈ, ਮਾਇਆ ਦੇ ਨਾਲ ਮਿਲਿਆ ਰਹਿੰਦਾ ਹੈ ਤੇ ਸੁੱਧ ਅਹੰਕਾਰ ਕਰਕੇ ਜਦੋਂ ਨਿਰਵਿਰਤੀ ਵਿੱਚ ਆਉਂਦਾ ਹੈ ਉਦੋਂ ਵੀ ਸੁੱਧ ਅਹੰਕਾਰ ਹੈ ਕਿ ਮੈਂ ਹਾਂ। ਮਹਾਰਾਜ ਕਹਿੰਦੇ ਇਸ ਗੱਲ ਦੀ ਇਹ ਪੰਡਤ ਜੀ ਵਿਚਾਰ ਕਰਨਾ ਕਰੋ ਕਿ ਮਨ ਜੰਮਿਆ ਕਿਵੇਂ ਹੈ। ਜਿਵੇਂ ਮਾਂ ਤੋਂ ਜਨਮ ਲੈਂਦਾ ਹੈ ਤੇ ਪਿਤਾ ਇਸ ਦੀ ਪ੍ਰਤਿਪਾਲਨਾ ਕਰਦਾ ਹੈ, ਇਸ ਤਰ੍ਹਾਂ ਹੀ ਇਹ ਜਿਹੜਾ ਮਨ ਹੈ ਸੰਸਾਰ ਵਿੱਚ ਪੈਦਾ ਹੋਇਆ ਹੈ ਤੇ ਸੰਸਾਰ ਵਿੱਚ ਹੀ ਇਹ ਪਲਦਾ ਰਹਿੰਦਾ। ਇਸ ਗੱਲ ਦੇ ਵਿਚਾਰ ਆਪਣੇ ਮਨ ਦੇ ਵਿੱਚ ਕਰੋ। ਸੁਆਮੀ ਪੰਡਿਤਾ ਤੁਮ ਦੇਹੋ ਮਤੀ। ਉਸ ਸਮੇਂ ਸਤਿਗੁਰਾਂ ਨੂੰ ਕਹਿਣ ਲੱਗਿਆ, ਸੁਆਮੀ ਜੀ ਤੁਹਾਨੂੰ ਮੈਂ ਮੱਤ ਦੇਣਾ ਕਰ ਦਾਂਗਾ, ਤੁਹਾਨੂੰ ਮੈਂ ਕੁਝ ਸਮਝ ਦੇਵਾਂਗਾ। ਸਤਿਗੁਰੂ ਕਹਿੰਦੇ, ਹਾਂ ਸੁਆਮੀ ਪੰਡਿਤ ਜੀ, ਤੁਸੀਂ ਮੈਨੂੰ ਕੋਈ ਨਾ ਕੋਈ ਮੱਤ ਸਮਝਾਓ, ਕੋਈ ਉਪਦੇਸ਼ ਦਿਓ। ਕਿਨ ਬਿਦ ਪਾਵੋ ਪ੍ਰਾਨਪਤੀ, ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੇ ਪ੍ਰਾਣਾਂ ਦਾ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਾਂ। ਜਦੋਂ ਜਿਹੜਾ ਮਨ ਹੈ
ਉਹ ਬਾਲਕ ਦੀ ਨਿਆਈ ਚੰਚਲ ਹੋ ਰਿਹਾ ਹੈ, ਸਰੀਰ ਦੇ ਨਾਲ ਮੋਹ ਲਾਈ ਬੈਠਾ ਹੈ, ਵਿਕਾਰਾਂ ਦੇ ਨਾਲ ਪ੍ਰੇਮ ਕਰਦਾ ਹੈ, ਤਾਂ ਇਸ ਨੂੰ ਕਿਵੇਂ ਸਮਝਾਇਆ ਜਾ ਸਕੇ? ਇਹ ਗੱਲ ਤੁਸੀਂ ਮੈਨੂੰ ਸਮਝਾਓ ਤੇ ਮੈਂ ਆਪਣੇ ਪ੍ਰਭੂ ਪਰਮਾਤਮਾ ਨਾਲ ਕਿਵੇਂ ਮਿਲਾਂ, ਇਹ ਮੈਨੂੰ ਦੱਸਣਾ ਕਰੋ। ਤਾਂ ਉਸ ਸਮੇਂ ਸਾਧ ਸੰਗਤ ਪੰਡਿਤ ਦੇ ਹੱਥ ਜੁੜ ਗਏ। ਕਹਿਣ ਲੱਗਿਆ, ਮਹਾਰਾਜ ਤੁਸੀਂ ਹੀ ਸਭ ਕੁਝ ਜਾਣਦੇ ਹੋ, ਤੁਸੀਂ ਕਿਰਪਾ ਕਰੋ ਮੈਨੂੰ ਉਪਦੇਸ਼ ਬਖਸ਼ੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਇਸ ਪੰਡਿਤ ਦੇ ਪਰਥਾਏ ਉਪਦੇਸ਼ ਬਖਸ਼ਿਆ। ਰਹਾਉ ਭੀਤਰ ਅਗਨ ਬਨਾਸਪਤ ਮੌਲੀ, ਸਾਗਰ ਪੰਡੈ ਪਾਇਆ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਿਹੜੀ ਧਰਤੀ ਹੈ ਇਹਦੇ ਵਿੱਚ ਵਾਹਿਗੁਰੂ ਪਰਮਾਤਮਾ ਨੇ ਅੱਗ ਰੱਖੀ ਹੋਈ ਹੈ। ਧਰਤੀ ਦੇ ਵਿੱਚ ਅੱਗ ਰੱਖੀ ਹੋਈ ਹੈ ਔਰ ਉਸ ਅੱਗ ਦੇ ਨਾਲ, ਸਮਾਨ ਅਗਨੀ ਦੇ ਨਾਲ ਜਿਹੜੀ ਬਨਸਪਤੀ ਹੈ ਸਾਰੀ ਮੌਲੀ ਪ੍ਰਫੁੱਲਤ ਹੋ ਰਹੀ ਹੈ। ਜਾਂ ਕਹਿ ਲਈਏ ਜਿੰਨੀ ਬਨਸਪਤੀ ਹੈ ਸਾਧ ਸੰਗਤ, ਇਹਦੇ ਵਿੱਚ ਸਮਾਨ ਅਗਨੀ ਸਮਾਈ ਹੋਈ ਹੈ ਔਰ ਸਮਾਨ ਅਗਨੀ ਸਮਾਈ ਹੋਣ ਕਰਕੇ ਇਹ ਸਾਰੀ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ। ਜਿਵੇਂ ਅੰਸ਼ੀ ਹੁੰਦਾ ਹੈ, ਅੰਸ਼ੀ ਤੋਂ ਜਿਹੜੀ ਅੰਸ਼ ਬਣਦੀ ਹੈ, ਸਾਗਰ ਦੇ ਵਿੱਚੋਂ ਬੂੰਦ ਨੂੰ ਕੱਢ ਲਈਏ, ਹੁੰਦੀ ਤਾਂ ਉਹ ਸਾਗਰ ਦਾ ਹਿੱਸਾ ਹੀ ਹੈ ਨਾ, ਤੇ ਸਾਗਰ ਵਾਲੇ ਪਾਣੀ ਵਾਲੇ ਉਹਦੇ 'ਚ ਗੁਣ ਹੁੰਦੇ ਨੇ। ਇਸ ਤਰ੍ਹਾਂ ਹੀ ਜਿਹੜਾ ਸੂਰਜ ਹੈ ਉਹਦੇ ਤੋਂ ਬਨਸਪਤੀ ਵਿੱਚ ਆ ਕੇ ਗੁਣ ਸਮਾ ਜਾਂਦੇ ਨੇ, ਸਮਾਨ ਅਗਨੀ ਸਮਾ ਜਾਂਦੀ ਹੈ, ਜਿਸ ਕਰਕੇ ਸਾਰੀ ਬਨਸਪਤੀ ਪ੍ਰਫੁੱਲਤ ਹੁੰਦੀ ਹੈ। ਤੇ ਜਦੋਂ ਅਸੀਂ ਕਿਸੇ ਲੱਕੜ ਦੇ ਤਾਈਂ ਅੱਗ ਲਾਈਏ ਤਾਂ ਉਹ ਪ੍ਰਗਟ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ, ਭੀਤਰ ਅਗਨ ਬਨਸਪਤ ਮੌਲੀ। ਹੇ ਭਾਈ, ਸਾਰੀ ਬਨਸਪਤੀ ਦੇ ਵਿੱਚ ਸਮਾਨ ਅਗਨੀ ਸਮਾਈ ਹੋਈ ਹੈ, ਜਿਸ ਕਰਕੇ ਇਹ ਪ੍ਰਫੁੱਲਤ ਹੋ ਰਹੀ ਹੈ, ਖਿੜ ਰਹੀ ਹੈ। ਸਾਗਰ ਪੰਡੈ ਪਾਇਆ, ਤੇ ਉਸ ਵਾਹਿਗੁਰੂ ਪਰਮਾਤਮਾ ਨੇ ਜਿਹੜਾ ਸਾਗਰ ਹੈ, ਸਮੁੰਦਰ, ਇਸ ਨੂੰ ਆਪਣੀ ਹੁਕਮ ਰੂਪ ਪੰਡ ਦੇ ਵਿੱਚ ਬੰਨ੍ਹਿਆ ਹੋਇਆ। ਜਿਵੇਂ ਕਿਸੇ ਚੀਜ਼ ਨੂੰ ਪੰਡ 'ਚ ਬੰਨ੍ਹ ਲਈਏ, ਕਿਉਂਕਿ ਸਮੁੰਦਰ ਆਪਣੇ ਕਿਨਾਰਿਆਂ ਤੋਂ ਅੱਗੇ ਵੱਧ ਨਹੀਂ ਸਕਦਾ। ਆਪਣੇ ਕਿਨਾਰਿਆਂ ਤੋਂ ਬਾਹਰ ਨਿਕਲ ਕਰਕੇ ਜਿਹੜੇ ਬਾਹਰ ਥਾਂ ਬਣੇ ਹੋਏ ਨੇ, ਵੱਡੀਆਂ ਵੱਡੀਆਂ ਮੰਜ਼ਲਾਂ ਨੇ, ਉਹਨਾਂ ਨੂੰ ਢਾਹ ਨਹੀਂ ਸਕਦਾ। ਸਮੁੰਦਰ ਆਪਣੇ ਕਿਨਾਰਿਆਂ ਵਿੱਚ ਰਹਿੰਦਾ ਹੈ। ਇਹ ਵਾਹਿਗੁਰੂ ਪਰਮੇਸ਼ਰ ਨੇ ਇਸ ਨੂੰ ਆਪਣੀ ਹੁਕਮ ਰੂਪ ਪੰਡ ਦੇ ਵਿੱਚ ਬੰਨ੍ਹਿਆ ਹੋਇਆ ਹੈ। ਚੰਦ ਸੂਰਜ ਦੋਏ ਘਰ ਹੀ ਭੀਤਰ, ਐਸਾ ਗਿਆਨ ਨ ਪਾਇਆ। ਚੰਦ ਤੇ ਸੂਰਜ, ਇਹ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਰੂਪ ਘਰ ਦੇ ਵਿੱਚ ਦੋ ਦੀਵੇ ਜਗਾਏ ਹੋਏ ਨੇ। ਇੱਕ ਦੀਵਾ ਦਿਨੇ ਚਾਨਣ ਕਰਦਾ ਹੈ, ਇੱਕ ਰਾਤ ਨੂੰ ਚਾਨਣ ਕਰਦਾ ਹੈ। ਤੇ ਉਹ ਪਰਮਾਤਮਾ ਕਿੰਨਾ ਸਮਰੱਥ ਹੈ, ਜਿਸ ਨੇ ਇਹ ਸਭ ਕੁਝ ਕੀਤਾ ਹੋਇਆ ਹੈ। ਤੇ ਇਹ ਜਿਹੜਾ ਗਿਆਨ ਸੀ, ਹੇ ਪੰਡਿਤ, ਤੂੰ ਪ੍ਰਾਪਤ ਹੀ ਨਹੀਂ ਕੀਤਾ। ਇਸੇ ਤਰ੍ਹਾਂ ਸਤਿਗੁਰੂ ਫਰਮਾਉਂਦੇ ਨੇ, ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ। ਮਹਾਰਾਜ ਕਹਿੰਦੇ ਸਾਰਿਆਂ ਦੇ ਹਿਰਦੇ ਵਿੱਚ ਤ੍ਰਿਸ਼ਨਾ ਰੂਪ ਅੱਗ ਹੈ, ਇਹ ਵਸ ਰਹੀ ਹੈ ਸਾਰਿਆਂ ਦੇ ਮਨਾਂ ਦੇ ਵਿੱਚ, ਤ੍ਰਿਸ਼ਨਾ ਰੂਪ ਅੱਗ। ਔਰ ਇਸ ਤ੍ਰਿਸ਼ਨਾ ਰੂਪ ਅੱਗ ਤੋਂ ਅੱਗੇ ਪੁੱਤਰ ਧੀਆਂ
ਹੋਰ ਪਰਿਵਾਰ ਇਹ ਪ੍ਰਫੁੱਲਤ ਹੋ ਰਿਹਾ ਹੈ। ਮਨੁੱਖ ਚਾਹੁੰਦਾ ਹੈ ਕਿ ਮੇਰਾ ਪਰਿਵਾਰ ਹੋਵੇ, ਸੁਖੀ ਹੋਵੇ, ਮੇਰੇ ਪੋਤਰੇ ਹੋਣ, ਮੇਰੇ ਪੜ ਪੋਤੇ ਹੋਣ, ਉਹਨਾਂ ਤੱਕ ਮੇਰੀਆਂ ਕਮਾਈਆਂ ਹੋਈਆਂ ਵਸਤੂਆਂ ਪਹੁੰਚਣ, ਮਾਇਆ ਪਹੁੰਚੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਪ੍ਰਫੁੱਲਤ ਹੋ ਰਹੀ ਹੈ ਬਨਸਪਤੀ। ਸਾਗਰ ਪੰਡੈ ਪਾਇਆ, ਉਸ ਪਰਮੇਸ਼ਰ ਨੇ ਜੋ ਸਾਗਰ ਬ੍ਰਹਮ ਹੈ ਉਸ ਦੇ ਤਾਈ ਪੰਡੈ ਇਸ ਸਰੀਰ ਵਿੱਚ ਹੀ ਪਾ ਦਿੱਤਾ ਹੈ, ਜੀਵ ਆਤਮਾ ਬਣਾ ਕੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਹੈ ਤਾਂ ਸਰੀਰ ਵਿੱਚ ਹੀ ਸਭ ਕੁਝ, ਸਰੀਰ ਵਿੱਚੋਂ ਹੀ ਪ੍ਰਗਟ ਹੋ ਜਾਂਦਾ ਸਾਧ ਸੰਗਤ। ਜੇ ਦੇਖੋ ਜਿਹੋ ਜਿਹਾ ਬਾਹਰ ਗਿਆਨ ਹੁੰਦਾ ਹੈ ਅਸੀਂ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਗਟ ਕਰ ਲੈਂਦੇ ਹਾਂ। ਮਨੁੱਖ ਸੰਸਾਰ ਵਿੱਚ ਕੁਝ ਵੀ ਬਣਨਾ ਚਾਹੁੰਦਾ ਹੈ, ਸਿੱਖਣਾ ਚਾਹੁੰਦਾ ਹੈ, ਉਹਦੇ ਅੰਦਰੋਂ ਉਹ ਗਿਆਨ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਬ੍ਰਹਮ ਪਰਮੇਸ਼ਰ ਨੇ ਜੋ ਗਿਆਨ ਹੈ ਇਸ ਸਰੀਰ ਵਿੱਚ ਹੀ ਪਾਉਣਾ ਕੀਤਾ ਹੈ ਭਾਈ। ਚੰਦ ਸੂਰਜ ਤੋਏ ਘਰ ਹੀ ਭੀਤਰ, ਐਸਾ ਗਿਆਨ ਨ ਪਾਇਆ। ਚੰਦ ਦੀ ਨਿਆਈ ਵਿਰਾਗ, ਸੂਰਜ ਦੀ ਨਿਆਈ ਗਿਆਨ, ਇਹ ਦੋਹੇ ਸਾਡੇ ਸਰੀਰ ਰੂਪ ਘਰ ਦੇ ਵਿੱਚ ਹਨ। ਪਰਮੇਸ਼ਰ ਦਾ ਗਿਆਨ ਵੀ ਤੇ ਸੰਸਾਰ ਦਾ ਵਿਰਾਗ ਵੀ। ਪਰ ਇਹ ਜਿਹੜਾ ਗਿਆਨ ਸੀ ਸਤਿਗੁਰੂ ਕਹਿੰਦੇ ਤੂੰ ਪ੍ਰਾਪਤ ਨਹੀਂ ਕੀਤਾ, ਕਿ ਪਰਮੇਸ਼ਰ ਨੇ ਸਭ ਕੁਝ ਹੀ ਇਸ ਸਰੀਰ ਵਿੱਚ ਰੱਖਿਆ ਹੋਇਆ, ਆਪਣਾ ਆਪ ਹੀ ਸਰੀਰ ਵਿੱਚ ਰੱਖ ਦਿੱਤਾ ਹੈ। ਰਾਮ ਰਵੰਤਾ ਜਾਣੀਐ, ਇੱਕ ਮਾਈ ਭੋਗ ਕਰੀ। ਉਸ ਸਮੇਂ ਬ੍ਰਾਹਮਣ ਕਹਿਣ ਲੱਗਿਆ ਮਹਾਰਾਜ ਅਸੀਂ ਤਾਂ ਰਾਮ ਰਾਮ ਜਪਣ ਵਾਲੇ, ਸਾਨੂੰ ਬਹੁਤਾ ਗਿਆਨ ਨਹੀਂ ਆਉਂਦਾ ਵੀ ਰਾਮ ਰਾਮ ਕਹਿ ਕੇ ਅਸੀਂ ਆਪਣਾ ਸਮਾਂ ਪੂਰਾ ਕਰਦੇ ਹਾਂ। ਸਤਿਗੁਰੂ ਕਹਿੰਦੇ ਭਾਈ ਜਿਹੜਾ ਰਾਮ ਪਰਮੇਸ਼ਰ ਦੇ ਤਾਈਂ ਉਚਾਰਨਾ ਹੈ, ਕਹਿਣਾ ਹੈ, ਤਦੋਂ ਹੀ ਜਾਣੀਏ। ਇੱਕ ਮਾਈ ਭੋਗ ਕਰੇ। ਜੇ ਇੱਕ ਮਾਈ ਕੌਣ ਹੈ? ਮਾਇਆ ਦਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ। ਉਸ ਨਾਲ ਭੋਗ ਕਰੇ ਭਾਵ ਉਸ ਨੂੰ ਮਿਲਣਾ ਕਰੇ, ਉਹਦਾ ਗਿਆਨ ਆਪਣੇ ਹਿਰਦੇ ਵਿੱਚ ਵਸਾਵੇ, ਪਰਮੇਸ਼ਰ ਦੇ ਸਰੂਪ ਦੇ ਵਿੱਚ ਮਿਲੇ। ਵਾਹਿਗੁਰੂ ਦਾ ਸਰੂਪ ਕੀ ਹੈ? ਸੱਚ ਚਿੱਤ ਆਨੰਦ ਸਰੂਪ। ਉਹ ਸੱਚ ਹੈ, ਸਦਾ ਰਹਿਣ ਵਾਲਾ। ਚਿੱਤ ਨਾਮ ਉਹ ਚੇਤਨ ਹੈ, ਆਨੰਦ ਨਾਮ ਉਹ ਆਨੰਦ ਸਰੂਪ ਹੈ। ਜਦੋਂ ਵਾਹਿਗੁਰੂ ਦੇ ਸਰੂਪ ਨੂੰ ਜਾਣਾਂਗੇ ਤਦੋਂ ਹੀ ਉਸ ਦਾ ਭੋਗ ਮਿਲਾਪ ਪ੍ਰਾਪਤ ਕਰ ਸਕਦੇ ਹਾਂ। ਅਤੇ ਜੇ ਉਸ ਦੇ ਸਰੂਪ ਨੂੰ ਨਹੀਂ ਜਾਣਿਆ, ਉਸ ਨੂੰ ਸਤ ਕਰਕੇ ਨਹੀਂ ਜਾਣਿਆ। ਦੇਖੋ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦਿਆਂ ਇੱਕ ਅਭਿਆਸੀ ਨੂੰ ਜਦੋਂ ਉਹਦੀ ਸੁਰਤ ਉੱਚੀ ਹੋ ਜਾਂਦੀ ਹੈ ਤਾਂ ਪ੍ਰਮਾਤਮਾ ਹੀ ਸਤ ਨਜ਼ਰ ਆਉਂਦਾ। ਬਾਕੀ ਜੋ ਕੁਝ ਦਿਸਦਾ ਹੈ, ਸਤਿਗੁਰੂ ਕਹਿੰਦੇ ਮ੍ਰਿਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ। ਵਾਹਿਗੁਰੂ ਪਰਮਾਤਮਾ ਨੇ ਇਹ ਸੰਸਾਰ ਇੱਕ ਮ੍ਰਿਤ ਮੰਡਲ ਹੈ ਜਿੱਥੇ ਸਭ ਕੁਝ ਪੈਦਾ ਹੋ ਕੇ ਖਤਮ ਹੋ ਰਿਹਾ ਹੈ, ਇਹਦੀ ਸਾਜਨਾ ਕੀਤੀ। ਔਰ ਕਿਵੇਂ? ਜਿਵੇਂ ਇੱਕ ਰੇਤੇ ਦਾ ਘਰ ਬਣਿਆ ਹੋਵੇ, ਉਹ ਸਦਾ ਨਹੀਂ ਟਿਕਿਆ ਰਹਿੰਦਾ, ਉਹ ਹੌਲੀ ਹੌਲੀ ਕਿਰਦਾ ਰਹਿੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਸ ਵਿੱਚ ਸੰਸਾਰ ਦੇ ਵਿੱਚ ਇੱਕ ਪਰਮਾਤਮਾ ਹੀ ਸਦਾ ਰਹਿਣ ਵਾਲਾ ਹੈ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅੰਤ ਨੂੰ ਵੀ ਉਹ ਸੱਚ ਹੋਵੇਗਾ। ਉਹ ਪਰਮਾਤਮਾ ਆਪ ਹੀ ਸੰਸਾਰ ਵਿੱਚ ਸੱਤ ਹੈ, ਚੇਤਨ। ਉਹ ਸਾਰਿਆਂ ਨੂੰ ਚੇਤਨਤਾ ਦੇਣ ਵਾਲਾ ਹੈ। ਚੇਤਨ ਨਾਮ ਹੈ ਕਿਰਿਆ ਦਾ। ਆਪਣੇ ਆਪ ਜੀਵ ਕੁਝ ਨਹੀਂ ਕਰ ਸਕਦਾ। ਜਿੰਨਾ ਸਮਾਂ ਉਹ ਬੁਲਾਉਂਦਾ ਹੈ, ਜੀਵ ਬੋਲਦਾ ਹੈ, ਸੁਣਦਾ ਹੈ,
ਤੁਰਦਾ ਫਿਰਦਾ ਹੈ ਉਹਦੀ ਚੇਤਨ ਸੱਤਾ ਕਰਕੇ ਹੈ। ਚੇਤਨ ਸੱਤਾ ਕਰਕੇ ਹੀ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ। ਤੇ ਆਨੰਦ ਨਾਮ ਹੈ ਸੁੱਖ ਦਾ। ਜਦੋਂ ਜੀਵ ਆਪਣੇ ਸਰੂਪ ਦੇ ਵਿੱਚ ਟਿਕ ਜਾਵੇ, ਉਸ ਨੂੰ ਇਕਾਗਰਤਾ ਸ਼ਾਂਤੀ ਪ੍ਰਾਪਤ ਹੋ ਜੇ। ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਿਆ ਹੀ ਜੀਵ ਆਨੰਦਿਤ ਹੋ ਸਕਦਾ ਹੈ, ਸੁਖੀ ਹੋ ਸਕਦਾ ਹੈ। ਹੋਰ ਭਾਵੇਂ ਸਭ ਕੁਝ ਕਰ ਲੇ। ਜਿਵੇਂ ਇੱਕ ਵਾਰਤਾ ਆਉਂਦੀ ਹੈ, ਕਹਿੰਦੇ ਇੱਕ ਸਮੇਂ ਸਿਕੰਦਰ ਬਾਦਸ਼ਾਹ ਆਪਣੀ ਫੌਜ ਦੇ ਨਾਲ ਇੱਧਰ ਹਿੰਦੁਸਤਾਨ ਵਿੱਚ ਆ ਰਿਹਾ ਸੀ। ਜਦੋਂ ਇਸ ਨੇ ਮਹਾਂਦੀਪ ਨੂੰ ਪਾਰ ਕੀਤਾ ਸਾਧ ਸੰਗਤ, ਤੇ ਆਪਣੀ ਫੌਜ ਦੇ ਨਾਲ ਲੰਘਦਿਆਂ ਇੱਕ ਫਕੀਰ ਦੇ ਤਾਈਂ ਦੇਖਿਆ। ਉਹ ਫਕੀਰ ਆਪਣੀ ਮੌਜ ਦੇ ਵਿੱਚ ਆਰਾਮ ਦੇ ਨਾਲ ਪਿਆ ਸੀ। ਬਾਦਸ਼ਾਹ ਨੇ ਦੇਖਿਆ ਵੀ ਫੌਜ ਦੇ ਲੰਘਣ ਕਰਕੇ ਕਿੰਨਾ ਖੜਕਾ ਹੋ ਰਿਹਾ ਹੈ, ਤੇ ਇਸ ਫਕੀਰ ਨੂੰ ਬਿਲਕੁਲ ਵੀ ਕੋਈ ਘਬਰਾਹਟ ਨਹੀਂ ਹੋਈ, ਕੋਈ ਚਿੰਤਾ ਨਹੀਂ ਹੋਈ। ਇਸ ਨੇ ਉੱਠ ਕੇ ਦੇਖਿਆ ਵੀ ਨਹੀਂ। ਦੂਜੀ ਗੱਲ, ਇਹਨੇ ਮੇਰਾ ਸਤਿਕਾਰ ਨਹੀਂ ਕੀਤਾ। ਮੈਂ ਏਡਾ ਵੱਡਾ ਬਾਦਸ਼ਾਹ। ਤੇ ਉਸ ਸਮੇਂ ਕੋਲੇ ਆ ਕਰਕੇ ਕਹਿਣ ਲੱਗਿਆ, ਭਾਈ ਤੂੰ ਕੌਣ ਹੈ? ਉਹ ਫਕੀਰ ਕਹਿਣ ਲੱਗਿਆ, ਤੂੰ ਕੌਣ ਹੈ? ਕਹਿੰਦਾ, ਮੈਂ ਬਾਦਸ਼ਾਹ ਸਿਕੰਦਰ। ਤੈਨੂੰ ਇਹ ਨਹੀਂ ਪਤਾ ਕਿ ਮੈਂ ਆਪਣੀ ਫੌਜ ਦੇ ਨਾਲ ਇੱਥੋਂ ਲੰਘ ਰਿਹਾ? ਉਹ ਫਕੀਰ ਕਹਿਣ ਲੱਗਿਆ, ਤੂੰ ਕਿੱਥੇ ਜਾ ਰਿਹਾ ਹੈ? ਕਹਿੰਦਾ, ਮੈਂ ਹਿੰਦੁਸਤਾਨ ਨੂੰ ਜਿੱਤਾਂਗਾ। ਫਕੀਰ ਕਹਿਣ ਲੱਗਿਆ, ਫੇਰ ਕੀ ਕਰੇਗਾ? ਕਹਿੰਦਾ, ਮੈਂ ਸਾਰੀ ਦੁਨੀਆ ਨੂੰ ਜਿੱਤ ਕੇ ਬੜੇ ਆਰਾਮ ਨਾਲ ਸੁੱਖ ਨਾਲ ਫਿਰ ਰਹਾਂਗਾ। ਤੇ ਉਸ ਸਮੇਂ ਫਕੀਰ ਕਹਿਣ ਲੱਗਿਆ, ਤੂੰ ਸਾਰੀ ਦੁਨੀਆ ਨੂੰ ਜਿੱਤ ਕੇ ਸੁਖੀ ਹੋਣਾ ਚਾਹੁੰਦਾ ਹੈ? ਮੈਂ ਤਾਂ ਪਹਿਲਾਂ ਹੀ ਸੁਖੀ ਬੈਠਾ। ਮੈਂ ਉਸ ਪਰਮਾਤਮਾ ਦੇ ਨਾਲ ਮਿਲ ਕੇ ਸੁਖੀ ਹੋ ਗਿਆ। ਸਤਿਗੁਰੂ ਮਹਾਰਾਜ ਕਹਿੰਦੇ, ਜਿਹੜਾ ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰਦਾ ਹੈ ਭਾਈ, ਉਹ ਇੱਕ ਬ੍ਰਹਮ ਪਰਮੇਸ਼ਰ ਦੇ ਤਾਈਂ ਮਿਲਾਪ ਕਰਦਾ ਹੈ। ਰਾਮ ਰਵੰਤਾ ਜਾਣੀਐ ਇੱਕ ਮਾਈ ਭੋਗ ਕਰੇ। ਰਾਮ ਪਰਮੇਸ਼ਰ ਨੂੰ ਉਚਾਰਨ ਵਾਲਾ ਤਦੋਂ ਹੀ ਜਾਣੀਏ, ਵਾਹਿਗੁਰੂ ਦੀ ਸਿਫਤ ਕਰਨ ਵਾਲਾ ਜੇ ਇੱਕ ਮਾਈ ਜੋ ਮਾਇਆ ਹੈ ਉਹਦਾ ਭੋਗ ਪਾ ਦੇਵੇ। ਭੋਗ ਪਾਉਣ ਤੋਂ ਭਾਵ ਸਮਾਪਤੀ ਕਰ ਦੇਵੇ। ਜਿਹਨੇ ਆਪਣੇ ਹਿਰਦੇ ਵਿੱਚੋਂ ਮਾਇਆ ਨੂੰ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ, ਮਾਇਆ ਦਾ ਭੋਗ ਪਾ ਦਿੱਤਾ ਹੈ, ਉਹੀ ਜਾਣਿਆ ਜਾ ਸਕਦਾ ਹੈ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਨਾਮ ਜਪਣ ਵਾਲਾ ਹੈ। ਤਾਕੇ ਲਖਣ ਜਾਣੀਐ ਖਿਮਾ ਧਨ ਸੰਗ੍ਰਹਿ। ਉਹਦੀ ਨਿਸ਼ਾਨੀ ਕੀ ਜਾਣੀ ਜਾਂਦੀ ਹੈ? ਉਹਦੇ ਕੋਲ ਖਿਮਾ ਰੂਪ ਧਨ ਹੁੰਦਾ। ਉਹ ਸਾਰਿਆਂ ਨੂੰ ਖਿਮਾ ਕਰਦਾ। ਖਿਮਾ ਕਹਿੰਦੇ ਨੇ, ਜਦੋਂ ਕੋਈ ਝਗੜਾ ਹੋਵੇ ਤਾਂ ਅੱਗੋਂ ਉਸ ਨੂੰ ਮਾਫ ਕਰ ਦੇਣਾ। ਜੇ ਆਪਣੇ ਵਿੱਚ ਸਾਧ ਸੰਗਤ ਵੱਧ ਤਾਕਤ ਹੋਵੇ ਪਰ ਉਸ ਨੂੰ ਆਪਣੀ ਤਾਕਤ ਨਹੀਂ ਦਿਖਾਉਣੀ, ਸਗੋਂ ਮਾਫ ਕਰ ਦੇਣਾ। ਭਗਤ ਫਰੀਦ ਜੀ ਕਹਿੰਦੇ, ਫਰੀਦਾ ਜੋ ਤਾਂ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੌਣ। ਆਪਨੜੇ ਘਰ ਜਾਈਐ ਪੈਰ ਤਿੰਨਾ ਕੇ ਚੋਂ। ਖਿਮਾ ਕਰਨੀ ਭਾਵ ਕਿ ਜੇ ਤੈਨੂੰ ਕੋਈ ਮੁੱਕੀ ਵੀ ਮਾਰਦਾ, ਤੈਨੂੰ ਮਾੜਾ ਵੀ ਕਹਿੰਦਾ ਹੈ, ਉਸ ਨੂੰ ਪਰਤ ਕਰਕੇ ਵਾਪਸ ਮਾੜਾ ਨਾ ਕਹਿ, ਉਹਨੂੰ ਮਾਰਨਾ ਨਾ ਕਰ, ਸਗੋਂ ਨਿਮਰਤਾ ਰੱਖ, ਉਹਦੇ ਪੈਰ ਚੁੰਮਣਾ ਕਰ, ਉਹਨੂੰ ਸਤਿਕਾਰ ਦੇਣਾ ਕਰ। ਫਿਰ ਕੀ ਹੋਵੇਗਾ ਸਾਧ ਸੰਗਤ? ਜਿਹੜਾ ਮਨੁੱਖ ਹੰਕਾਰੀ ਹੁੰਦਾ, ਜਿਹੜਾ ਕ੍ਰੋਧੀ ਹੁੰਦਾ, ਉਹਨੂੰ ਨਿਮਰਤਾ ਦੇ ਨਾਲ ਸੱਟ ਵੱਜਦੀ ਹੈ। ਜਦੋਂ ਕੋਈ ਮਨੁੱਖ ਗਾਲ ਕੱਢੇਗਾ, ਇੱਕ ਕੱਢੇਗਾ, ਦੋ ਕੱਢੇਗਾ, 5 ਗਾਲਾਂ ਕੱਢੇਗਾ, ਜੇ ਸਾਹਮਣੇ ਸੁਣਨ ਵਾਲਾ ਵੀ ਉਸ ਨੂੰ ਗਾਲਾਂ ਸੁਣਾਵੇ ਤਾਂ ਉਹਦਾ ਗੁੱਸਾ ਹੋਰ ਵੱਧ ਜਾਂਦਾ ਹੈ। ਪਰ ਜੇ ਅੱਗੇ ਸਾਹਮਣੇ ਉਹ ਚੁੱਪ ਹੀ ਰਹੇ ਤਾਂ ਮਨੁੱਖ ਨਿਰਾਸ਼ ਹੋ ਜਾਂਦਾ ਵੀ ਇਸ ਨੇ ਮੇਰੀ ਗਾਲ ਦਾ ਕੋਈ ਜਵਾਬ ਨਹੀਂ ਦਿੱਤਾ।
ਬੁੱਧ ਧਰਮ ਦੇ ਮਹਾਤਮਾ ਹੋਏ ਨੇ, ਉਹਨਾਂ ਨੇ ਸਾਧ ਸੰਗਤ ਇੱਕ ਸਮੇਂ ਕਿਸੇ ਜਜਮਾਨ ਦੇ ਘਰ ਜਾ ਕਰਕੇ ਭਿੱਖਿਆ ਮੰਗੀ ਤੇ ਉਸ ਜਜਮਾਨ ਨੇ, ਉਸ ਮਨੁੱਖ ਨੇ ਉਸ ਨੂੰ ਮਾੜਾ ਆਖਿਆ, ਗਾਲਾਂ ਕੱਢੀਆਂ। ਤੇ ਉਸ ਸਮੇਂ ਸਾਧ ਸੰਗਤ ਉਹ ਮਹਾਤਮਾ ਬੁੱਧ ਚੁੱਪ ਰਹੇ। ਦੂਜੇ ਦਿਨ ਫਿਰ ਉਸ ਦੇ ਘਰ ਆਏ ਔਰ ਆ ਕਰਕੇ ਭਿੱਖਿਆ ਮੰਗੀ। ਉਹ ਕਹਿਣ ਲੱਗਿਆ, ਮੈਂ ਤੈਨੂੰ ਕੱਲ੍ਹ ਵੀ ਗਾਲਾਂ ਕੱਢੀਆਂ ਸੀ ਤੇ ਅੱਜ ਵੀ ਕਿ ਤੂੰ ਵਿਹਲਾ ਤੁਰਿਆ ਫਿਰਦਾ, ਕੁਝ ਕਮਾ ਕੇ ਖਾ ਲੈ, ਤੈਨੂੰ ਵੀ ਪਰਮਾਤਮਾ ਨੇ ਹੱਥ ਦਿੱਤੇ ਨੇ। ਤੇ ਉਹ ਹੱਸ ਪਏ। ਕਹਿੰਦੇ ਹੱਸਦਾ ਕਿਉਂ ਹੈ? ਉਹ ਕਹਿੰਦਾ ਜੀ ਹੱਸਦਾ ਇਸੇ ਵਾਸਤੇ ਹੈ ਕਿ ਮੈਂ ਤੁਹਾਡੇ ਕੋਲੋਂ ਭਿੱਖਿਆ ਲੈਣ ਆਇਆ। ਤੁਸੀਂ ਮੈਨੂੰ ਭਿੱਖਿਆ ਦਿੰਦੇ ਤਾਂ ਉਹ ਮੇਰੀ ਝੋਲੀ 'ਚ ਪੈ ਜਾਣੀ ਸੀ, ਮੇਰੀ ਬਣ ਜਾਣੀ ਸੀ। ਪਰ ਜੇ ਤੁਸੀਂ ਮੈਨੂੰ ਭਿੱਖਿਆ ਨਹੀਂ ਦਿੱਤੀ ਤਾਂ ਉਹ ਤੁਹਾਡੀ ਹੀ ਰਹੀ ਨਾ, ਮੈਂ ਝੋਲੀ ਅੱਟੀ ਨਹੀਂ, ਮੈਂ ਲਈ ਨਹੀਂ ਉਹ ਭਿੱਖਿਆ। ਤੁਸੀਂ ਮੈਨੂੰ ਕੱਲ੍ਹ ਗਾਲਾਂ ਦਿੱਤੀਆਂ ਸੀ, ਮਾੜਾ ਆਖਿਆ ਸੀ, ਪਰ ਮੈਂ ਉਹ ਤੁਹਾਡੀਆਂ ਗਾਲਾਂ ਝੋਲੀ 'ਚ ਪਵਾਈਆਂ ਹੀ ਨਹੀਂ। ਜੇ ਤਾਂ ਮੈਂ ਉਲਟ ਉਹਨਾਂ ਦੇ ਕੁਝ ਗਾਲਾਂ ਕੱਢਦਾ, ਮਾੜਾ ਕਹਿੰਦਾ ਤੇ ਮੇਰੀ ਝੋਲੀ 'ਚ ਪੈ ਜਾਣੀਆਂ ਸੀ। ਉਹ ਤਾਂ ਤੁਹਾਡੀਆਂ ਗਾਲਾਂ ਤੁਹਾਡੇ ਕੋਲ ਹੀ ਰਹਿ ਗਈਆਂ, ਤੁਹਾਨੂੰ ਹੀ ਲੱਗੀਆਂ ਹਨ। ਤਾਂ ਉਸ ਸਮੇਂ ਉਹ ਬੜਾ ਹੈਰਾਨ ਹੋਇਆ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜਦੋਂ ਕੋਈ ਮਨੁੱਖ ਅੱਗੋਂ ਮਾੜਾ ਕਹਿੰਦਾ ਹੈ, ਭਾਵੇਂ ਮਾਰਨਾ ਕਰਦਾ ਤਾਂ ਸਾਹਮਣੇ ਵਾਲਾ ਖਿਮਾ ਕਰ ਦੇਵੇ ਤਾਂ ਉਹ ਵੱਡਾ ਮੰਨਿਆ ਜਾਂਦਾ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਸਮੇਂ ਪੰਜਾ ਸਾਹਿਬ ਗਏ ਨੇ ਸਾਧ ਸੰਗਤ ਹੰਸਾਲ ਦੇ ਵਿੱਚ, ਵਲੀ ਕੰਧਾਰੀ ਨੇ ਸਤਿਗੁਰਾਂ ਦੇ ਵੱਲ ਬਹੁਤ ਵੱਡਾ ਪੱਥਰ ਰੋੜਨਾ ਕੀਤਾ। ਗੁਰੂ ਪਾਤਸ਼ਾਹ ਜੀ ਨੇ ਖਿਮਾ ਰੱਖੀ ਔਰ ਉਸ ਪੱਥਰ ਨੂੰ ਆਪਣੇ ਪੰਜੇ ਦੇ ਨਾਲ ਰੋਕ ਦਿੱਤਾ। ਵਲੀ ਕੰਧਾਰੀ ਦਾ ਹੰਕਾਰ ਟੁੱਟ ਗਿਆ ਔਰ ਦੇਖਿਆ ਕਿ ਇਹ ਮੇਰੇ ਤੋਂ ਵੱਧ ਸ਼ਕਤੀ ਵਾਲੇ ਨੇ। ਫਿਰ ਸ਼ਰਨ ਵਿੱਚ ਆ ਕਰਕੇ ਮਾਫੀ ਮੰਗੀ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਤਾਂ ਕਿ ਲੱਖਣ ਜਾਣੀ ਇਹ, ਉਸ ਨਾਮ ਜਪਣ ਵਾਲੇ ਦੀ ਇਹ ਨਿਸ਼ਾਨੀ ਜਾਣੀ ਜਾਂਦੀ ਹੈ, ਚਿੰਨ੍ਹ ਜਾਣਿਆ ਜਾਂਦਾ ਹੈ। ਖਿਮਾ ਧਨ ਸੰਗ੍ਰਹਿ, ਉਹ ਆਪਣੇ ਹਿਰਦੇ ਵਿੱਚ ਖਿਮਾ ਰੱਖਦਾ ਹੈ, ਖਿਮਾ ਰੂਪ ਧਨ ਨੂੰ ਇਕੱਠਾ ਕਰਦਾ, ਮਾਫ ਕਰ ਦਿੰਦਾ, ਮਾੜਾ ਨਹੀਂ ਕਹਿੰਦਾ। ਕਹਿਆ ਸੁਣਹਿ ਨਾ ਖਾਇਆ ਮਨਹਿ, ਤਿਨਾ ਹੀ ਸੇਤੀ ਵਾਸਾ। ਮਹਾਰਾਜ ਕਹਿੰਦੇ, ਹੇ ਪੰਡਿਤ, ਇਸ ਸੰਸਾਰ ਦੇ ਵਿੱਚ ਮਨੁੱਖ ਆਪਣੇ ਪੁੱਤਰਾਂ ਧੀਆਂ ਨੂੰ ਬੜੇ ਤਰੀਕਿਆਂ ਦੇ ਨਾਲ ਮਿਹਨਤਾਂ ਕਰਕੇ ਪਾਲਦਾ, ਬਜ਼ੁਰਗ ਹੋ ਜਾਂਦਾ। ਪਰ ਜਦੋਂ ਬਜ਼ੁਰਗ ਹੋ ਜਾਂਦਾ ਹੈ ਨਾ, ਤੇ ਉਹ ਪੁੱਤਰ ਉਹ ਅੱਗੋਂ ਉਹਦਾ ਕਹਿਆ ਹੋਇਆ ਸੁਣਦੇ ਨਹੀਂ। ਕਹਿੰਦੇ ਬੁੱਢਾ ਵਿਹਲਾ ਬੈਠਾ ਬੋਲੀ ਜਾਂਦਾ, ਉਹਦਾ ਕਹਿਆ ਹੋਇਆ ਸੁਣਦੇ ਨਹੀਂ। ਨਾ ਖਾਇਆ ਮਨ ਹੈ, ਤੇ ਜਿਹੜੀ ਉਸਨੇ ਸਾਰੀ ਉਮਰ ਉਹਨਾਂ ਨੂੰ ਕਮਾਈ ਖਵਾਈ ਹੁੰਦੀ ਹੈ, ਉਹ ਮੰਨਦੇ ਹੀ ਨਹੀਂ, ਕਦੇ ਰੱਜਦੇ ਹੀ ਨਹੀਂ ਕਿ ਸਾਡੇ ਪਿਤਾ ਨੇ ਇੰਨੀ ਮਿਹਨਤ ਕਰਕੇ ਸਾਨੂੰ ਪਾਲਿਆ, ਸਾਨੂੰ ਖਵਾਇਆ ਪਿਆਇਆ ਹੈ। ਉਹ ਇਸ ਗੱਲ ਨੂੰ ਮੰਨਦੇ ਨਹੀਂ ਹਨ। ਤਿੰਨਾ ਹੀ ਸੇਤੀ ਵਾਸਾ, ਪਰ ਫਿਰ ਵੀ ਇਹ ਮਨੁੱਖ ਉਹਨਾਂ ਦੇ ਨਾਲ ਹੀ ਵਸਣਾ ਚਾਹੁੰਦਾ ਹੈ ਕਿ ਮੇਰਾ ਪਰਿਵਾਰ ਹੈ, ਇਹ ਮੇਰੇ ਹੀ ਹਨ, ਉਹਨਾਂ ਦੇ ਨਾਲ ਹੀ ਆਪਣਾ ਵਾਸਾ ਰੱਖਦਾ ਹੈ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਸਤਿਗੁਰੂ ਸਮਝਾਉਂਦੇ ਨੇ, ਹੇ ਪੰਡਿਤ, ਇਹ ਮਨੁੱਖ ਉਹਨਾਂ ਆਪਣੇ ਪੁੱਤਰਾਂ ਧੀਆਂ ਦਾ ਦਾਸਾਂ ਦਾ ਦਾਸ ਬਣਿਆ ਰਹਿੰਦਾ, ਸੇਵਕ ਬਣਿਆ ਰਹਿੰਦਾ, ਸੇਵਾ ਕਰਦਾ ਰਹਿੰਦਾ, ਉਹਨਾਂ ਦੀ ਆਗਿਆ ਮੰਨਦਾ। ਖਿਨ ਤੋਲਾ ਖਿਨ ਮਾਸਾ, ਤੇ ਜੇ ਕੋਈ ਪਦਾਰਥ ਆ ਜਾਵੇ ਤਾਂ ਤੋਲਾ ਜਿੰਨਾ ਵੱਧ ਜਾਂਦਾ, ਥੋੜ੍ਹਾ ਫੁੱਲ ਜਾਂਦਾ ਹੈ ਕਿ ਵੀ ਮੈਂ ਬੜਾ ਸੁਖੀ ਹਾਂ, ਮੇਰੇ ਪੁੱਤਰ ਬੜੇ ਸੁਖੀ ਹੋ ਗਏ ਨੇ, ਮੇਰਾ ਪਰਿਵਾਰ ਬੜਾ ਸੁਖੀ ਹੈ। ਤੇ ਜੇ ਕੋਈ ਘਾਟਾ ਪੈ ਜਾਵੇ, ਖਿਨ ਮਾਸਾ, ਖਿਨ ਸਮੇਂ ਵਿੱਚ ਹੀ ਮਾਸਾ ਜਿੰਨਾ ਹੋ ਜਾਂਦਾ ਵੀ ਹਾਏ ਸਭ ਕੁਝ ਹੀ ਚਲਿਆ ਗਿਆ, ਮੈਂ ਕੀ ਕੀਤਾ ਸੀ, ਇਸ ਤਰ੍ਹਾਂ ਦੋਸ਼ ਦੇਣ ਲੱਗ ਜਾਂਦਾ ਹੈ। ਕਹਿਆ ਸੁਣਹਿ ਨਾ ਖਾਇਆ ਮਨਹਿ, ਤਿਨਾ ਹੀ ਸੇਤੀ ਵਾਸਾ। ਸਤਿਗੁਰੂ ਕਹਿੰਦੇ, ਭਾਈ ਜਿਹੜੇ ਇਹ ਇੰਦਰੇ ਨੇ, ਜਿਹੜੇ ਕੰਨ ਹਨ,
ਉਸ ਕਹੀ ਹੋਈ ਗੱਲ ਨੂੰ ਸੁਣਦੇ ਨਹੀਂ। ਗੁਰੂ ਸਾਹਿਬ ਇਹਨਾਂ ਨੂੰ ਉਪਦੇਸ਼ ਕਰਦੇ ਨੇ ਕਿ ਇਹ ਸ਼ਰਵਣਹੁ ਮੇਰੇ ਹੋ, ਸਾਚੈ ਸੁਣਨੈ ਨੋ ਪਠਾਈ। ਇੰਦਰੀਆਂ ਨੂੰ ਸਿੱਖਿਆ ਦੇ ਰਹੇ ਨੇ, ਨੇਤਰਾਂ ਨੂੰ ਇਹ ਸਿੱਖਿਆ ਹੈ ਕਿ ਤੁਸੀਂ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਦੇਖਣਾ ਹੈ। ਰਸਨਾ ਨੂੰ ਸਿੱਖਿਆ ਹੈ ਕਿ ਤੂੰ ਨਾਮ ਜਪਣਾ ਹੈ, ਪਰ ਇਹ ਕਹਿਆ ਹੋਇਆ ਸੁਣਦੇ ਹੀ ਨਹੀਂ। ਨਾ ਖਾਇਆ ਮਨ ਹੈ, ਤੇ ਨਾ ਹੀ ਇਹ ਜਿਹੜੀ ਜ਼ੁਬਾਨ ਹੈ ਸਾਰੀ ਉਮਰ ਪਦਾਰਥ ਖਾਂਦੀ ਰਹਿੰਦੀ ਹੈ ਤੇ ਕਦੇ ਰੱਜਦੀ ਨਹੀਂ, ਨਾ ਹੀ ਕਦੇ ਮੰਨਦੀ ਹੈ, ਤ੍ਰਿਪਤ ਵੀ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਤੇ ਨਾ ਹੀ ਸੇਤੀ ਵਾਸਾ। ਪਰ ਫਿਰ ਵੀ ਮਨ ਇਹਨਾਂ ਇੰਦਰੀਆਂ ਦੇ ਨਾਲ ਹੀ ਵਸਣਾ ਚਾਹੁੰਦਾ ਹੈ। ਅੱਖਾਂ ਦੇ ਨਾਲ ਰੂਪ ਦੇਖਣਾ ਚਾਹੁੰਦਾ ਹੈ, ਕੰਨਾਂ ਦੇ ਨਾਲ ਆਵਾਜ਼ਾਂ ਸੁਣਨਾ ਚਾਹੁੰਦਾ ਹੈ। ਜੇ ਕਹਿ ਦਈਏ ਕੰਨੋ ਤੁਸੀਂ ਕੱਲ੍ਹ ਨਿੰਦਿਆ ਸੁਣੀ ਸੀ, ਕੱਲ੍ਹ ਬੜੀਆਂ ਆਵਾਜ਼ਾਂ ਸੁਣੀਆਂ ਸੀ, ਅੱਜ ਤੁਸੀਂ ਰਹਿਣ ਦਿਓ, ਤਾਂ ਕੰਨ ਕਹਿੰਦੇ ਨੇ ਨਹੀਂ, ਅਸੀਂ ਅੱਜ ਵੀ ਹੋਰ ਕੁਝ ਬਹੁਤ ਕੁਝ ਸੁਣਨਾ ਹੈ। ਰਸਨਾ ਕਹਿੰਦੀ ਹੈ ਮੈਂ ਹੋਰ ਬਹੁਤ ਕੁਝ ਵੇਖਣਾ ਬੋਲਣਾ ਹੈ, ਤੇ ਅੱਖਾਂ ਕਹਿੰਦੀਆਂ ਨੇ ਮੈਂ ਦੇਖਣਾ ਹੈ। ਇਹ ਤ੍ਰਿਪਤ ਨਹੀਂ ਹੁੰਦੀਆਂ। ਸਤਿਗੁਰੂ ਕਹਿੰਦੇ ਜਿਹੜਾ ਮਨ ਹੈ ਇਹਨਾਂ ਦੇ ਰਸਾਂ ਵਿੱਚ ਹੀ ਫਸਿਆ ਰਹਿੰਦਾ ਹੈ, ਤੇ ਇਹਨਾਂ ਦੇ ਨਾਲ ਹੀ ਮਨ ਦਾ ਵਾਸਾ ਬਣਿਆ ਹੋਇਆ ਹੈ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਮਨ ਹੈ ਇੰਦਰੀਆਂ ਦਾ ਦਾਸ ਬਣਿਆ ਹੋਇਆ। ਕਿੱਥੇ ਤਾਂ ਚਾਹੀਦਾ ਸੀ ਕਿ ਇਹ ਇੰਦਰੇ ਮਨ ਦੇ ਦਾਸ ਬਣ ਕੇ ਕੰਮ ਕਰਦੇ। ਜਿਵੇਂ ਇੱਕ ਰਾਜਾ ਹੁੰਦਾ ਤੇ ਉਹਦੇ ਅੱਗੇ ਨੌਕਰ ਹੁੰਦੇ ਨੇ। ਜੇ ਰਾਜਾ ਨੌਕਰਾਂ ਦੇ ਆਖੇ ਲੱਗਣ ਲੱਗ ਜਾਵੇ, ਉਹਨਾਂ ਦੇ ਨਾਲ ਮਿੱਤਰਤਾ ਪਾ ਲਵੇ, ਤਾਂ ਸਾਧ ਸੰਗਤ ਆਪਣਾ ਹੁਕਮ ਨਹੀਂ ਚਲਾ ਸਕਦਾ। ਇਸ ਤਰ੍ਹਾਂ ਹੀ ਜਿਹੜਾ ਮਨ ਹੈ, ਇਹ ਜਿਹੜੇ ਇੰਦਰੇ ਨੇ ਇਹ ਨੌਕਰ ਹਨ ਮਨ ਦੇ। ਮਨ ਨੇ ਇਹਨਾਂ ਤੋਂ ਕੰਮ ਲੈਣਾ ਸੀ, ਅੱਖਾਂ ਨਾਲ ਦੇਖਣ ਦਾ ਕੰਮ ਕਰਨਾ ਸੀ ਸਹੀ ਢੰਗ ਦੇ ਨਾਲ, ਤੇ ਕੰਨਾਂ ਨਾਲ ਸੁਣਨਾ ਸੀ ਸਹੀ ਢੰਗ ਦੇ ਨਾਲ, ਰਸਨਾ ਨਾਲ ਬੋਲਣਾ ਸੀ। ਜਿੱਥੇ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੈ ਤਨ ਪੀੜੀ ਹੈ ਮਨ ਮਹਿ ਚਲੇ ਵਿਕਾਰ। ਇਹ ਜਿਹੜੀ ਰਸਨਾ ਹੈ ਇਹ ਤਾਂ ਬਹੁਤ ਕੁਝ ਖਾਣਾ ਚਾਹੁੰਦੀ ਹੈ, ਪਰ ਮਹਾਰਾਜ ਕਹਿੰਦੇ ਹੋਰ ਖਾਣਾ ਵਾਧੂ ਖਾਣਾ ਖਰਾਬ ਹੀ ਹੋਣਾ ਹੈ, ਕਿਉਂਕਿ ਸਰੀਰ 'ਚ ਵਿਕਾਰ ਪੈਦਾ ਹੋ ਜਾਂਦੇ ਨੇ, ਸਰੀਰ ਬਿਮਾਰ ਵੀ ਹੋ ਜਾਂਦਾ ਹੈ ਬਹੁਤ ਖਾਣ ਦੇ ਨਾਲ। ਇਸ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਭਾਈ ਜਿਹੜਾ ਮਨ ਹੈ ਇਹਨਾਂ ਇੰਦਰੀਆਂ ਦੇ ਆਖੇ ਲੱਗਦਾ ਹੈ, ਇਹਨਾਂ ਦਾ ਦਾਸ ਬਣਿਆ ਰਹਿੰਦਾ ਹੈ। ਖਿਨ ਤੋਲਾ ਖਿਨ ਮਾਸਾ। ਖਿਨ ਸਮੇਂ ਵਿੱਚ ਹੀ ਜਦੋਂ ਤਾਂ ਇੰਦਰੀਆਂ ਨੂੰ ਰਸ ਮਿਲਦਾ ਤਾਂ ਤੋਲਾ ਜਿੰਨਾ ਹੋ ਜਾਂਦਾ ਵੀ ਮੈਂ ਬੜਾ ਸੁਖੀ ਹਾਂ, ਤੇ ਜੇ ਇੰਦਰੀਆਂ ਦੇ ਰਸ ਪ੍ਰਾਪਤ ਨਾ ਹੋਣ ਤਾਂ ਮਾਸਾ ਜਿੰਨਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਭਾਈ ਜੇ ਇਹ ਜੀਵ ਇਹਨਾਂ ਰਸਾਂ ਨੂੰ ਖਿਨ ਜਿੰਨੇ ਸਮਝ ਲਵੇ ਵੀ ਇਹ ਤਾਂ ਖਿਨ ਸਮਾਂ ਹੀ ਨੇ, ਜਿੰਨਾ ਸਮਾਂ ਰਸ ਹੈ ਉਹਨਾਂ ਸਮਾਂ ਸੁੱਖ ਹੈ, ਬਾਅਦ ਵਿੱਚ ਦੁਖੀ ਹੋਣਾ ਪੈਂਦਾ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵਹਿ। ਤੇ ਇਹਨਾਂ ਨੂੰ ਖਿਨ ਜਿੰਨਾ ਸਮਾਂ ਸਮਝ ਲਏ ਵੀ ਇਹ ਤਾਂ ਥੋੜ੍ਹਾ ਸਮਾਂ ਹੀ ਸੁੱਖ ਹੈ, ਤੇ ਫਿਰ ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਵਿਚਾਰਨਾ ਕਰੇ, ਤੋਲਣਾ ਕਰੇ, ਤਾਂ ਭਾਈ ਦਾਸਾਂ ਦਾ ਦਾਸ, ਵਾਹਿਗੁਰੂ ਦੇ ਭਗਤਾਂ ਦਾ ਭਗਤ ਇਹ ਜੀਵ ਬਣ ਸਕਦਾ ਹੈ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਬ੍ਰਾਹਮਣ ਦੇ ਤਾਈਂ ਜਿਹੜਾ ਸਤਿਗੁਰਾਂ ਨੂੰ ਸਿੱਖਿਆ ਦੇਣ ਆਇਆ ਸੀ, ਸਮਝਾਉਣ ਆਇਆ ਸੀ, ਸਮਝਾਉਣਾ ਕੀਤਾ, ਸਿੱਖਿਆ ਦੇਣਾ ਕੀਤੀ। ਔਰ ਇਹ ਬ੍ਰਾਹਮਣ ਸਤਿਗੁਰੂ ਜੀ ਦੀ ਸ਼ਰਣੀ ਪੈ ਗਿਆ। ਬਾਬਾ ਮੂਲ ਚੰਦ ਸੋਚਣ ਲੱਗਿਆ ਵੀ ਮੈਂ ਤਾਂ ਇਸ ਬ੍ਰਾਹਮਣ ਨੂੰ ਸਤਿਗੁਰਾਂ ਨੂੰ ਸਮਝਾਉਣ ਵਾਸਤੇ ਲੈ ਕੇ ਆਇਆ ਸੀ, ਪਰ ਇਹ ਤਾਂ ਅੱਗੋਂ ਸਤਿਗੁਰਾਂ ਦਾ ਸੇਵਕ ਬਣ ਗਿਆ। ਤਾਂ ਉਸ ਸਮੇਂ ਬਾਬਾ ਮੂਲ ਚੰਦ ਵੀ ਵਾਪਸ ਚਲਿਆ ਗਿਆ। ਬਾਬਾ ਮੂਲ ਚੰਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਹੁਰਾ ਸੀ। ਇਹ ਵੀ ਬਹੁਤ ਗੁੱਸੇ ਵਾਲਾ ਸੀ, ਜਿਵੇਂ ਬਾਬਾ ਕਾਲੂ ਦਾ ਸੁਭਾਅ ਸੀ।
ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਤਾਂ ਸਾਰਿਆਂ ਨੂੰ ਹੀ ਤਾਰ ਦਿੱਤਾ। ਤਾਂ ਇਸ ਤਰ੍ਹਾਂ ਬਾਬਾ ਮੂਲ ਚੰਦ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਸਮਝਾਉਣ ਆਇਆ ਸੀ। ਇਹ ਸ਼ਬਦ ਸਤਿਗੁਰਾਂ ਨੇ ਇਹਨਾਂ ਦੇ ਪਰਥਾਏ ਉਪਦੇਸ਼ ਕਰਕੇ ਸਾਨੂੰ ਉਪਦੇਸ਼ ਕਰਨਾ ਕੀਤਾ ਹੈ। ਬਸੰਤ ਹਿੰਡੋਲ ਮਹੱਲਾ ਪਹਿਲਾ, ਸਾਚਾ ਸਾਹੋ ਗੁਰੂ ਸੁਖ ਦਾਤਾ, ਹਰ ਮੇਲੇ ਭੁੱਖ ਗਵਾਏ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਗਲੇ ਸ਼ਬਦ ਵਿੱਚ ਉਪਦੇਸ਼ ਕਰਦੇ ਨੇ, ਸਾਚਾ ਸਾਹੋ ਗੁਰੂ ਸੁਖ ਦਾਤਾ। ਹੇ ਭਾਈ, ਜੋ ਸਾਡਾ ਗੁਰੂ ਹੈ ਉਹ ਸਾਰੇ ਸੁੱਖਾਂ ਦਾ ਦਾਤਾ ਹੈ ਤੇ ਸੱਚਾ ਸਾਹੂਕਾਰ ਹੈ। ਸਾਹੂਕਾਰ ਉਸ ਨੂੰ ਕਹਿੰਦੇ ਨੇ ਜਿਸ ਕੋਲ ਧਨ ਸੰਪੱਤੀ ਹੋਵੇ। ਗੁਰੂ ਸਾਹਿਬਾਂ ਕੋਲ ਨਾਮ ਰੂਪ ਧਨ ਹੈ। ਆਪਣੇ ਗੁਰਸਿੱਖਾਂ ਦੇ ਤਾਂ ਹੀ ਨਾਮ ਰੂਪ ਧਨ ਨੂੰ, ਦੌਲਤ ਨੂੰ ਦੇਣ ਵਾਲੇ ਨੇ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਚਾਈ। ਨਾਮ ਰੂਪ ਦਾਤ ਬਖਸ਼ਿਸ਼ ਕਰਦੇ ਨੇ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈ ਹੈ। ਸਾਰੇ ਹੀ ਸੁੱਖਾਂ ਦੇ ਸਤਿਗੁਰੂ ਜੀ ਦਾਤੇ ਹਨ। ਹਰ ਮੇਲੇ ਭੁੱਖ ਗਵਾਏ, ਔਰ ਆਪਣੇ ਸਿੱਖਾਂ ਦੇ ਤਾਈਂ ਹਰੀ ਪਰਮਾਤਮਾ ਦੇ ਨਾਲ ਮੇਲਣ ਵਾਲੇ ਨੇ। ਉਹਨਾਂ ਦੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ, ਵਿਸ਼ੇ ਵਿਕਾਰਾਂ ਦੀ ਭੁੱਖ ਹੈ, ਇਸ ਨੂੰ ਨਾਸ਼ ਕਰਨ ਵਾਲੇ ਨੇ, ਗਵਾਉਣ ਵਾਲੇ ਹਨ। ਕਰ ਕਿਰਪਾ ਹਰ ਭਗਤ ਦ੍ਰਿੜਾਏ, ਅਨ ਦਿਨ ਹਰ ਗੁਣ ਗਾਏ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਕਿਰਪਾ ਕਰਕੇ ਭਗਤੀ ਦ੍ਰਿੜ ਕਰਾਉਂਦੇ ਨੇ, ਨਾਮ ਸਿਮਰਨ ਦ੍ਰਿੜ ਕਰਾਉਂਦੇ ਨੇ। ਵਿਸ਼ੇ ਵਿਕਾਰਾਂ ਤੋਂ ਛੁਡਾ ਕਰਕੇ, ਔਗਣਾਂ ਤੋਂ ਛੁਡਾ ਕਰਕੇ ਵਾਹਿਗੁਰੂ ਦੇ ਨਾਲ ਜੋੜ ਦਿੰਦੇ ਨੇ। ਜਿਹੜਾ ਮਨ ਹੈ ਨਾ, ਉਸ ਨੂੰ ਸਤਿਗੁਰੂ ਜੀ ਸਮਝਾਉਣ ਵਾਲੇ ਹਨ ਤੇ ਅੰਦਰ ਨਾਮ ਦੀ ਪਰਪੱਕਤਾ ਕਰ ਦਿੰਦੇ ਨੇ ਆਪਣੇ ਸਿੱਖ ਦੇ ਅੰਦਰ। ਅਨ ਦਿਨ ਹਰ ਗੁਣ ਗਾਏ, ਔਰ ਸਿੱਖ ਜਿਹੜੇ ਹਨ ਉਹ ਫਿਰ ਦਿਨ ਰਾਤ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਨਾਮ ਨੂੰ ਜਪਦੇ ਹਨ। ਮਤ ਭੁੱਲਹਿ ਰੇ ਮਨ ਚੇਤ ਹਰੀ। ਸਤਿਗੁਰੂ ਕਹਿੰਦੇ, ਹੇ ਮੇਰੇ ਮਨਾ, ਤੂੰ ਮਤਾ ਭੁੱਲ। ਭਾਈ, ਤੂੰ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਿਆ ਕਰ। ਉਸ ਵਾਹਿਗੁਰੂ ਦੇ ਸਿਮਰਨ ਵਿੱਚ ਲੱਗ ਜਾ। ਬਿਨ ਗੁਰ ਮੁਕਤ ਨਾਹੀ ਤਰੈ ਲੋਈ, ਗੁਰਮੁਖ ਪਾਈਐ ਨਾਮ ਹਰੀ। ਬਿਨਾਂ ਗੁਰੂ ਤੋਂ ਤਿੰਨਾਂ ਲੋਕਾਂ ਦੇ ਵਿੱਚ ਕੋਈ ਮੁਕਤੀ ਨਹੀਂ ਕਰ ਸਕਦਾ। ਗੁਰੂ ਤੋਂ ਬਿਨਾਂ ਕਿਸੇ ਦੀ ਮੁਕਤ ਨਹੀਂ ਹੁੰਦੀ। ਮੁਕਤੀ ਨਾਮ ਹੈ ਆਜ਼ਾਦੀ ਦਾ। ਦੇਖੋ, ਸੰਸਾਰ ਵਿੱਚ ਲੋਕ ਕਹਿੰਦੇ ਨੇ ਵੀ ਜਦੋਂ ਕੋਈ ਮਰ ਜਾਵੇ ਤਾਂ ਇਹਦੀ ਜੀ ਫਲਾਣੇ ਥਾਂ 'ਤੇ ਜਾ ਕੇ ਮੁਕਤੀ ਕਰਾ ਆਓ, ਇੰਨੇ ਪੈਸਿਆਂ ਦੀ ਮੁਕਤੀ ਹੋਊਗੀ। ਪਰ ਸਾਧ ਸੰਗਤ, ਮੁਕਤੀ ਨਾਮ ਹੁੰਦਾ ਆਜ਼ਾਦੀ ਦਾ। ਜਿਹੜਾ ਬੰਦਾ ਦੁਨੀਆ ਵਿੱਚ ਰਹਿੰਦਿਆਂ ਸ਼ਰਾਬਾਂ ਕਬਾਬਾਂ ਪੀਂਦਾ ਖਾਂਦਾ ਰਿਹਾ, ਨਸ਼ੇ ਕਰਦਾ ਰਿਹਾ, ਝੂਠ ਬੋਲਦਾ ਰਿਹਾ, ਬੇਈਮਾਨੀ, ਉਹ ਸੰਸਾਰ 'ਚ ਤਾਂ ਮੁਕਤ ਹੋਇਆ ਨਹੀਂ ਇਹਨਾਂ ਚੀਜ਼ਾਂ ਤੋਂ, ਤੇ ਅੱਗੇ ਜਾ ਕੇ ਕਿਵੇਂ ਮੁਕਤ ਹੋਵੇਗਾ? ਗੁਰੂ ਸਾਹਿਬ ਕਿਵੇਂ ਮੁਕਤ ਕਰਦੇ ਨੇ ਆਪਣੇ ਗੁਰਸਿੱਖਾਂ ਨੂੰ ਜੀਵਨ ਬਖਸ਼ ਕੇ। ਜਿੱਥੇ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ, ਗੁਰ ਸਤਿਗੁਰ ਕਾ ਜੋ ਸਿੱਖ ਅਕਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਜੇ ਤਾਂ ਅਸੀਂ ਝੂਠ ਬੋਲਾਂਗੇ, ਪਾਪ ਕਰਾਂਗੇ ਤਾਂ ਬੱਝੇ ਹੋਏ ਹਾਂ, ਤੇ ਜੇ ਇਹਨਾਂ ਤੋਂ ਛੁੱਟ ਜਾਵਾਂਗੇ ਫਿਰ ਮੁਕਤ ਹੋ ਗਏ। ਜਿਹੜਾ ਗੁਰਸਿੱਖ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਉਹ ਨੀਂਦ ਤੋਂ ਮੁਕਤ ਹੋ ਜਾਂਦਾ ਵੀ ਉਹ 'ਤੇ ਨੀਂਦ, ਜਿਹੜਾ ਆਲਸ ਹੈ, ਆਪਣਾ ਜ਼ੋਰ ਨਹੀਂ ਪਾ ਸਕਦਾ। ਜਿਹੜਾ ਨਾਮ ਜਪਦਾ ਹੈ ਉਹ ਸਾਧ ਸੰਗਤ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਂਦਾ ਹੈ। ਉਹ ਫਿਰ ਪਰਮਾਤਮਾ ਨੂੰ ਭੁਲਾਉਂਦਾ ਨਹੀਂ ਹੈ। ਪਰਮਾਤਮਾ ਨੂੰ ਭੁਲਾਉਣਾ ਇਹ ਬੰਧਨ ਹੈ। ਤਾਂ ਜਿਹੜਾ ਪਰਮਾਤਮਾ ਨੂੰ ਯਾਦ ਕਰਨਾ, ਇਹ ਮੁਕਤ ਹੋਣਾ ਹੈ। ਜਿਹੜੀ ਆਪਣੀ ਹਉਮੈ ਤਿਆਗਣੀ ਹੈ, ਇਹ ਮੁਕਤ ਹੋਣਾ ਹੈ। ਜਿਹੜੇ ਕਾਮ ਕ੍ਰੋਧ ਵਿਕਾਰ ਤਿਆਗਣੇ ਨੇ, ਇਹ ਮੁਕਤ ਹੋਣਾ ਹੈ। ਤੇ ਸਤਿਗੁਰੂ ਮਹਾਰਾਜ ਜੀ ਸਾਨੂੰ ਗਿਆਨ ਬਖਸ਼ਿਸ਼ ਕਰਕੇ ਆਪ ਹੀ ਇਹਨਾਂ ਔਗਣਾਂ ਤੋਂ ਛਡਾਉਂਦੇ ਨੇ। ਜਿਵੇਂ ਜਿਵੇਂ ਗੁਰਸਿੱਖ ਸਿਮਰਨ ਦਾ ਅਭਿਆਸ ਕਰਦੇ ਨੇ, ਬਾਣੀ ਦਾ ਅਭਿਆਸ ਕਰਦੇ ਨੇ, ਉਹਨਾਂ ਨੂੰ ਇਹਨਾਂ ਤੋਂ ਗਲਾਨੀ ਹੋ ਜਾਂਦੀ। ਉਹ ਝੂਠ ਬੋਲਣਾ ਨਹੀਂ ਚਾਹੁੰਦੇ।
ਉਹਨਾਂ ਦੇ ਅੰਦਰ ਬੇਈਮਾਨੀ, ਕਪਟ, ਛਲ ਇਹ ਖਤਮ ਹੋ ਜਾਂਦੇ। ਇਹ ਮੁਕਤੀ ਹੈ ਤੇ ਉਹਨਾਂ ਨੂੰ ਗੁਣ ਚੰਗੇ ਲੱਗਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਸਤਿਗੁਰੂ ਕੀ ਕਰਦਾ ਹੈ, ਅਵਗਣ ਕਾਟ ਹਿਰਦੈ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰੂ ਨਾਲ ਜੁੜਿਆਂ ਸਹਿਜੇ ਹੀ ਗੁਣ ਪ੍ਰਾਪਤ ਹੋ ਜਾਂਦੇ। ਜਿਹੜੇ ਔਗਣ ਨੇ ਉਹ ਕੱਟੇ ਜਾਂਦੇ ਨੇ। ਅਸੀਂ ਗੁਰੂ ਦੀ ਸੰਗਤ ਕਰਦੇ ਹਾਂ, ਇਹ ਵਿਚਾਰ ਸਕਦੇ ਹਾਂ ਕਿ ਆਪਣੇ ਜੀਵਨ ਵਿੱਚ ਪਹਿਲਾਂ ਸਾਡਾ ਕੀ ਹਾਲ ਸੀ ਤੇ ਹੁਣ ਅਸੀਂ ਕੀ ਪ੍ਰਾਪਤ ਕੀਤਾ। ਇਹ ਹੈ ਮੁਕਤੀ। ਸਤਿਗੁਰੂ ਮਹਾਰਾਜ ਜੀ ਆਪਣੇ ਪਿਆਰਿਆਂ ਨੂੰ ਮੁਕਤ ਕਰ ਦਿੰਦੇ ਨੇ। ਗੁਰੂ ਤੋਂ ਬਿਨਾਂ ਕੋਈ ਮੁਕਤ ਨਹੀਂ ਕਰ ਸਕਦਾ। ਜਿੱਥੇ ਮਹਾਰਾਜ ਕਹਿੰਦੇ ਮਤ ਕੋ ਭੂਲੈ ਸੰਸਾਰ, ਗੁਰ ਬਿਨ ਹੋਇ ਨਾ ਉਤਰਸ ਪਾਰ। ਭਾਈ ਗੁਰੂ ਤੋਂ ਬਿਨਾਂ ਕੋਈ ਸੰਸਾਰ ਵਿੱਚ ਪਰਲੇ ਕਿਨਾਰੇ 'ਤੇ ਮੁਕਤੀ ਰੂਪ ਕਿਨਾਰੇ 'ਤੇ ਪਹੁੰਚ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ। ਗੁਰੂ ਸਾਹਿਬ ਹੀ ਆਪਣੇ ਸਿੱਖਾਂ ਨੂੰ ਮੁਕਤ ਕਰਦੇ ਨੇ। ਬਿਨ ਗੁਰ ਮੁਕਤ ਨਾਹੀ ਤਰੈ ਲੋਈ। ਤਿੰਨਾਂ ਲੋਕਾਂ ਵਿੱਚ, ਮਾਤ ਲੋਕ ਵਿੱਚ, ਪਰਲੋਕ ਵਿੱਚ ਤੇ ਅੱਗੇ ਪਾਤਾਲ ਲੋਕ ਵਿੱਚ, ਕੋਈ ਵੀ ਗੁਰੂ ਤੋਂ ਬਿਨਾਂ ਮੁਕਤ ਨਹੀਂ ਕਰ ਸਕਦਾ। ਗੁਰਮੁਖ ਪਾਈਐ ਨਾਮ ਹਰੀ। ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਉਹ ਮੁਖੀ ਗੁਰਾਂ ਤੋਂ, ਸਤਿਗੁਰਾਂ ਤੋਂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਲੈਂਦੇ ਹਨ। ਰਹਾਉ ਬਿਨ ਭਾਗਾ ਨਹੀਂ ਸਤਿਗੁਰ ਪਾਈਐ, ਬਿਨ ਭਾਗਾ ਨਹੀਂ ਭਗਤ ਹਰੀ। ਬਿਨਾਂ ਭਾਗਾਂ ਤੋਂ ਸਤਿਗੁਰਾਂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਨਾ ਹੀ ਬਿਨਾਂ ਭਾਗਾਂ ਤੋਂ ਪ੍ਰਭੂ ਪਰਮਾਤਮਾ ਦੀ ਭਗਤੀ ਹੋ ਸਕਦੀ। ਬਿਨ ਭਾਗਾਂ ਸਤ ਸੰਗ ਨਾ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਬਿਨਾਂ ਭਾਗਾਂ ਤੋਂ ਸਾਧ ਸੰਗਤ, ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਨਾ ਹੀ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਹਰੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ। ਇਹਨਾਂ ਪੰਕਤੀਆਂ ਦੇ ਮਹਾਂਪੁਰਖ 99 ਕਰਕੇ ਅਰਥ ਕਰਿਆ ਕਰਦੇ। 99 ਤੋਂ ਭਾਵ ਹੈ ਵਿੱਚੋਂ ਵਿੱਚੋਂ ਸ਼ਬਦ ਲੈ ਕਰਕੇ। ਸਤਿਗੁਰੂ ਕਹਿੰਦੇ ਬਿਨ ਭਾਗਾ ਸਤ ਸੰਗ ਨਾ ਪਾਈਐ। ਜਿੰਨਾ ਸਮਾਂ ਬੰਦੇ ਦੇ ਭਾਗ ਨਾ ਹੋਣ ਉਹਨਾਂ ਸਮਾਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਸਤ ਸੰਗਤ ਮਿਲ ਜੇ ਤਾਂ ਫਿਰ ਚੰਗੇ ਮਾੜੇ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਮਨ ਉੱਚਾ ਹੋ ਜਾਂਦਾ, ਸੰਸਾਰਕ ਰਸਾਂ ਤੋਂ ਉੱਪਰ ਹੋ ਜਾਂਦਾ। ਜਾਂ ਕਹਿ ਲਈਏ ਜਿੱਥੇ ਦੁਨੀਆ ਵਿੱਚ ਮਨ ਸਾਰੇ ਰਸਾਂ ਨੂੰ ਪ੍ਰਾਪਤ ਕਰਦਾ, ਉੱਥੇ ਇਸ ਨੂੰ ਇੱਕ ਨਾਮ ਰੂਪ ਹਰੀ ਦਾ ਰਸ ਵੀ ਪ੍ਰਾਪਤ ਹੋ ਜਾਂਦਾ ਸਤ ਸੰਗਤ ਵਿੱਚੋਂ। ਔਰ ਸਤ ਸੰਗਤ ਵਿੱਚੋਂ ਸਤਿਗੁਰੂ ਕਹਿੰਦੇ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਸਤ ਸੰਗਤ ਤੋਂ ਬਿਨਾਂ ਸਤਿਗੁਰਾਂ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜੇ ਸਤ ਸੰਗਤ ਕਰਦੇ ਨੇ ਉਹਨਾਂ ਨੂੰ ਹੀ ਗੁਰੂ ਪ੍ਰਾਪਤ ਹੁੰਦਾ ਤੇ ਜਿਨ੍ਹਾਂ ਨੂੰ ਗੁਰੂ ਪ੍ਰਾਪਤ ਹੋ ਜਾਵੇ ਉਹ ਭਗਤੀ ਕਰਦੇ ਨੇ। ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਤੇ ਜਿਹੜੇ ਭਗਤੀ ਕਰਦੇ ਨੇ ਉਹਨਾਂ ਨੂੰ ਸਤਿਗੁਰਾਂ ਤੋਂ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰਾਂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜੇ ਨਾਮ ਜਪਦੇ ਨੇ ਉਹ ਮੁਕਤ ਹੋ ਜਾਂਦੇ ਨੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਕੇ। ਨਾਨਕ ਨਦਰੀ ਨਦਰ ਨਿਹਾਲ, ਉਹ ਅੰਦਰ ਕਰਕੇ ਸੁਖੀ ਹੋ ਜਾਂਦੇ ਹਨ। ਘਟ ਘਟ ਗੁਪਤ ਉਪਾਏ ਵੇਖੈ, ਪ੍ਰਗਟ ਗੁਰਮੁਖ ਸੰਤ ਜਨਾ। ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਘਟਾਂ ਘਟਾਂ ਹਿਰਦਿਆਂ ਹਿਰਦਿਆਂ ਵਿੱਚ, ਸਾਰੇ ਸਰੀਰਾਂ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਗੁਪਤ ਹੋ ਰਿਹਾ ਔਰ ਸਾਰੀ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਕੇ ਦੇਖ ਵੀ ਰਿਹਾ। ਇਹ ਨਹੀਂ ਵੀ ਸਾਰਿਆਂ ਨੂੰ ਉਹਨੇ ਪੈਦਾ ਕਰ ਦਿੱਤਾ ਪਰ ਵੇਖਦਾ ਨਹੀਂ ਪਿਆ। ਸਾਰਿਆਂ ਨੂੰ ਦੇਖਦਾ ਪਿਆ ਵੀ ਕੋਈ ਕਿੱਥੇ ਫਿਰ ਰਿਹਾ, ਕੋਈ ਕੀ ਕਰ ਰਿਹਾ। ਪ੍ਰਗਟ ਗੁਰਮੁਖ ਸੰਤ ਜਨਾ, ਤੇ ਪ੍ਰਗਟ ਕਿੱਥੇ ਹੈ? ਜਿਹੜੇ ਗੁਰਮੁਖ ਹਨ, ਗੁਰੂ ਨਾਲ ਜੁੜੇ ਨੇ, ਉਹਨਾਂ ਸੰਤਾਂ ਭਗਤਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਪ੍ਰਗਟ ਹੈ। ਮਨਮੁੱਖਾਂ ਦੇ ਹਿਰਦੇ ਵਿੱਚ ਗੁਪਤ ਰਹਿੰਦਾ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਵਾਹਿਗੁਰੂ ਪਰਮਾਤਮਾ। ਹਰ ਹਰ ਕਰਹਿ ਸੋ ਹਰ ਰੰਗ ਭੀਨੇ, ਹਰ ਜਲ ਅੰਮ੍ਰਿਤ ਨਾਮ ਮਨਾ। ਜਿਹੜੇ ਹਰੀ ਹਰੀ ਵਾਹਿਗੁਰੂ ਦਾ ਨਾਮ ਜਪਦੇ ਨੇ, ਹਰ ਨਾਮ ਹੈ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਜੋ ਹਰ ਪਰਮੇਸ਼ਰ ਹੈ ਉਹਦਾ ਨਾਮ ਜਪਦੇ ਨੇ। ਸੋ ਹਰ ਰੰਗ ਭੀਨੇ, ਉਹ ਵਾਹਿਗੁਰੂ ਦੇ ਪ੍ਰੇਮ ਰੂਪ ਰੰਗ ਦੇ ਵਿੱਚ ਭਿੱਜ ਗਏ ਨੇ ਸਾਧ ਸੰਗਤ। ਹਰ ਜਲ ਅੰਮ੍ਰਿਤ ਨਾਮ ਮਨਾ, ਤੇ ਉਹਨਾਂ ਦੇ ਮਨਾਂ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੇ ਹਰੀ ਦਾ ਨਾਮ ਰੂਪ ਜਲ ਪਾਉਣਾ ਕੀਤਾ।
ਵਾਹਿਗੁਰੂ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ, ਜਿਹੜਾ ਮੌਤ ਤੋਂ ਰਹਿਤ ਕਰ ਦੇਣ ਵਾਲਾ ਹੈ। ਜਿਨ ਕੋ ਤਖਤ ਮਿਲੈ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ। ਸਤਿਗੁਰੂ ਮਹਾਰਾਜ ਕਹਿੰਦੇ ਭਾਈ, ਜਿਵੇਂ ਇੱਕ ਰਾਜਾ ਤਖਤ 'ਤੇ ਬੈਠ ਕੇ ਸਾਰੀ ਦੁਨੀਆ ਤੋਂ ਸਤਿਕਾਰ ਪ੍ਰਾਪਤ ਕਰਦਾ ਹੈ, ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਸਤ ਸੰਗਤ ਰੂਪ ਤਖਤ ਵਿੱਚ ਵਡਿਆਈ ਪ੍ਰਾਪਤ ਹੋਈ ਹੈ, ਜਿਵੇਂ ਤਖਤ 'ਤੇ ਬੈਠੀ ਦਾ ਨਾ, ਜਿਨ੍ਹਾਂ ਨੂੰ ਸਤ ਸੰਗਤ ਵਿੱਚ ਬੈਠਣ ਵਾਸਤੇ ਵਾਹਿਗੁਰੂ ਨੇ ਸਮਾਂ ਦਿੱਤਾ ਹੈ, ਥਾਂ ਦਿੱਤਾ ਹੋਇਆ ਵੀ ਤੂੰ ਇੱਥੇ ਬੈਠ ਸਕਦਾ। ਦੇਖੋ ਅਸੀਂ ਸਤ ਸੰਗਤ ਵਿੱਚ ਵੀ ਆਉਂਦੇ ਹਾਂ, ਪਰ ਇੱਥੇ ਆ ਕੇ ਮਨ ਸ਼ਾਂਤ ਹੋ ਜਾਂਦਾ। ਜਿਹੜੇ ਮਨਮੁਖ ਨੇ ਉਹਨਾਂ ਦਾ ਮਨ ਚੰਚਲ ਹੋ ਜਾਂਦਾ। ਕਿਵੇਂ? ਉਹ ਕਹਿੰਦੇ ਨੇ ਵੀ ਛੇਤੀ ਛੇਤੀ ਮੈਂ ਘਰੇ ਜਾਵਾਂ ਅਤੇ ਫਲਾਣੇ ਕੰਮ ਕਰਾਂ। ਉਹ ਜਿਹੜਾ ਮਨ ਹੈ ਨਾ, ਧੋਖੇ ਕਰਦਾ ਸਾਧ ਸੰਗਤ। ਫਿਰ ਸਾਡੇ ਭੁੱਲੇ ਹੋਏ ਕੰਮ ਵੀ ਚੇਤੇ ਆ ਜਾਂਦੇ ਨੇ ਮਨ ਨੂੰ, ਅਤੇ ਕਹਿੰਦਾ ਵੀ ਤੇਰਾ ਆਹ ਕੰਮ ਵੀ ਰਹਿ ਗਿਆ, ਫਲਾਣੇ ਨੂੰ ਆਏਂ ਪੈਸੇ ਦੇਣੇ ਨੇ, ਫਲਾਣੇ ਤੋਂ ਲੈਣੇ ਨੇ, ਫਲਾਣਾ ਕੱਲ੍ਹ ਕੰਮ ਅੱਧਾ ਰਹਿ ਗਿਆ ਸੀ। ਇਹ ਮਨ ਆਈਂ ਚੰਚਲਤਾ ਕਰੀ ਜਾਂਦਾ, ਅਤੇ ਮਨੁੱਖ ਆਪਣੇ ਮਨ ਦੇ ਪਿੱਛੇ ਲਾ ਕੇ ਦੌੜ ਜਾਂਦਾ ਵੀ ਚੱਲ ਘਰੇ ਚੱਲੀਏ, ਅਤੇ ਘਰੇ ਜਾ ਕੇ ਫਿਰ ਕੋਈ ਕੰਮ ਨਹੀਂ ਸਰਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਸਤ ਸੰਗਤ ਰੂਪ ਤਖਤ 'ਤੇ ਬਿਠਾਇਆ ਹੈ, ਅਤੇ ਉਹੀ ਸਾਧ ਸੰਗਤ ਆਪਣੇ ਅੰਤਸ਼ਕਰਨ ਰੂਪ ਤਖਤ 'ਤੇ ਬੈਠਦੇ ਨੇ, ਅੰਦਰ ਉਹਨਾਂ ਦਾ ਮਨ ਟਿਕ ਜਾਂਦਾ ਹੈ। ਜਿਹੜੇ ਆਪਣੇ ਅੰਤਸ਼ਕਰਨ ਰੂਪ ਤਖਤ 'ਤੇ ਬੈਠੇ ਹਨ, ਉਹ ਗੁਰਮੁਖ ਆਪਣੇ ਸਰੂਪ ਰੂਪ ਤਖਤ ਵਿੱਚ ਬੈਠ ਜਾਂਦੇ ਨੇ, ਆਪਣੇ ਸਰੂਪ ਵਿੱਚ ਉਹਨਾਂ ਦਾ ਟਿਕਾਅ ਹੋ ਜਾਂਦਾ। ਜਿਹੜੇ ਸਰੂਪ ਰੂਪ ਤਖਤ 'ਤੇ ਬੈਠੇ ਨੇ ਉਹਨਾਂ ਨੂੰ ਤੁਰਿਆ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਸੰਸਾਰ ਤੋਂ ਉਪਰਾਮ ਹੋ ਜਾਂਦੇ ਨੇ ਅਤੇ ਸੱਚਖੰਡ ਦੇ ਵਾਸੀ ਹੋ ਜਾਂਦੇ। ਜਿਨ ਕੋ ਤਖਤ ਮਿਲੈ ਵਡਿਆਈ, ਜਿਨ੍ਹਾਂ ਨੂੰ ਇਹਨਾਂ ਤਖਤਾਂ ਦੀ ਵਡਿਆਈ ਪ੍ਰਾਪਤ ਹੋਈ ਹੈ, ਗੁਰਮੁਖ ਸੇ ਪ੍ਰਧਾਨ ਕੀਏ। ਉਹ ਸਤਿਗੁਰੂ ਕਹਿੰਦੇ ਭਾਈ ਗੁਰਮੁਖ ਹਨ, ਉਹਨਾਂ ਨੂੰ ਪਰਮਾਤਮਾ ਨੇ ਸੰਸਾਰ ਵਿੱਚ ਪ੍ਰਧਾਨ ਕੀਤਾ ਹੋਇਆ, ਸ਼੍ਰੋਮਣੀ ਬਣਾਇਆ ਹੋਇਆ ਹੈ। ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ। ਹੇ ਭਾਈ, ਜਿਵੇਂ ਪਾਰਸ ਦੀ ਵੱਟੀ ਦੇ ਨਾਲ 8 ਧਾਤਾਂ ਸੋਨਾ ਬਣ ਜਾਂਦੀਆਂ ਨੇ ਛੂਹ ਕਰਕੇ, ਇਸ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਜਿਹੜੇ ਹਰ ਗੁਰ, ਹਰੀ ਪਰਮਾਤਮਾ ਦਾ ਸਰੂਪ ਸਤਿਗੁਰੂ ਜੀ ਹਨ, ਉਹਨਾਂ ਦਾ ਜਿਨ੍ਹਾਂ ਨੇ ਸੰਗ ਕੀਤਾ, ਸੰਗਤ ਕੀਤੀ ਹੈ, ਉਹ ਪਾਰਸ ਦੀ ਤਰ੍ਹਾਂ ਸ਼ੁੱਧ ਹੋ ਗਏ। ਜਿਵੇਂ ਪਾਰਸ ਦੀ ਵੱਟੀ ਦੇ ਨਾਲ ਮਿਲ ਕੇ 8 ਧਾਤਾਂ ਸ਼ੁੱਧ ਬਣ ਜਾਂਦੀਆਂ ਨੇ, ਸੋਹਣਾ ਹੋ ਜਾਂਦੀਆਂ ਨੇ, ਇਸ ਤਰ੍ਹਾਂ ਗੁਰੂ ਸਾਹਿਬਾਂ ਨਾਲ ਮਿਲ ਕੇ ਉਹ ਸ਼ੁੱਧ ਹੋ ਗਏ ਨੇ। ਮਨ ਕਰਕੇ, ਸਰੀਰ ਦੇ ਕਰਮਾਂ ਕਰਕੇ ਉਹ ਸਾਧ ਸੰਗਤ ਸੰਸਾਰ ਵਿੱਚ ਆਏ ਹੋਏ ਪ੍ਰਵਾਨ ਹੋ ਜਾਂਦੇ ਹਨ। ਇਹ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ। ਗੁਰੂ ਦੀ ਸੰਗਤ ਕਰੀਏ, ਗੁਰੂ ਤੋਂ ਬਿਨਾਂ ਕੋਈ ਮੁਕਤ ਕਰਨ ਵਾਲਾ ਨਹੀਂ ਹੈ। ਗੁਰਬਾਣੀ ਪੜ੍ਹਦਿਆਂ ਹੀ ਮੁਕਤੀ ਹੋਣੀ ਹੈ ਸਾਧ ਸੰਗਤ। ਔਰ ਮੁਕਤੀ ਕੀ ਹੈ? ਜਦੋਂ ਅਸੀਂ ਆਪਣੀਆਂ ਬੁਰਾਈਆਂ ਛੱਡਾਂਗੇ, ਅਸੀਂ ਆਪਣੀ ਮਨਮਤ ਤਿਆਗਾਂਗੇ, ਗੁਰਮਤ ਨੂੰ ਧਾਰਨ ਕਰਾਂਗੇ, ਆਪਣੇ ਅੰਦਰੋਂ ਭਰਮ ਭੁਲੇਖੇ ਦੂਰ ਕਰਕੇ ਗੁਰੂ ਸ਼ਰਨ ਵਿੱਚ ਰਹਾਂਗੇ। ਇਹ ਹੈ ਮੁਕਤੀ। ਇਹ ਸਤਿਗੁਰਾਂ ਤੋਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਸਾਰਿਆਂ 'ਤੇ ਰਹਿਮਤ ਕਿਰਪਾ ਕਰਨ। ਇੱਥੇ 2 ਸ਼ਬਦਾਂ ਦੀ ਸਮਾਪਤ ਹੋਈ ਹੈ। ਪਹਿਲੇ ਪਾਤਸ਼ਾਹ ਦੀ ਬਾਣੀ ਇੱਥੇ ਸਮਾਪਤ ਹੋ ਗਈ ਹੈ। ਸੋ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਜਿਨ ਕੋ ਤਖਤ ਮਿਲੈ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ। ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।